ਹੁਣ ਸੁਣੋ ਬੀ ਸੋਸ਼ਲ ਕੰਟੈਂਟ ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਜਦਾਂ ਉਹ ਸਕੂਲ ਖੁੱਲਿਆ ਤਾਂ ਉਹ ਸਕੂਲ ਦੇ ਵਿੱਚੋਂ ਪੰਜਾਬੀ 'ਚੋਂ ਕੋਈ ਵੀ ਬੱਚਾ ਪਹਿਲੇ ਨੰਬਰ 'ਤੇ ਨਹੀਂ ਆਇਆ। ਨਾਟ ਓਨਲੀ ਪੰਜਾਬੀ ਜੀ, ਕਿਸੇ ਵੀ ਲੈਂਗੁਏਜ 'ਚੋਂ ਉਹ ਸਕੂਲ 'ਚੋਂ ਕੋਈ ਬੱਚਾ ਫਸਟ ਨਹੀਂ ਆਇਆ। ਇੱਕ ਬਹੁਤ ਵੱਡਾ ਜੂਆ ਕਹਿ ਲਓ ਖੇਡਿਆ ਅਸੀਂ ਵੀ ਜੇ ਇਹਦੇ ਨੰਬਰ ਨਾ ਆਉਂਦੇ ਜੇ ਫਿਰ ਇਹਦਾ ਸਾਰੇ ਦਾ ਸਾਰਾ 12ਵੀਂ ਦਾ ਰਿਜ਼ਲਟ ਜਿਹੜਾ ਉਹ ਖਰਾਬ ਹੋ ਜਾਣਾ ਸੀ। ਤੁਸੀਂ ਕਿਵੇਂ ਪੰਜਾਬੀ ਦੇ ਵਿੱਚ ਆਪਣੇ ਆਪ ਨੂੰ ਇੰਨਾ ਪਰਫੈਕਟ ਬਣਾਇਆ ਕਿ ਤੁਸੀਂ 100 ਚੋਂ 91 ਨੰਬਰ ਲੈ ਕੇ ਆਏ? ਤੁਸੀਂ ਤਾਂ ਆਸਟ੍ਰੇਲੀਆ ਰਹਿੰਦੇ ਸੀਗੇ, ਤੁਹਾਡੀ ਅਗਲੀ ਲਾਈਫ ਵੀ ਉੱਥੇ ਹੀ ਹੋਣੀ ਆ, ਹੈ ਨਾ? ਤੁਸੀਂ ਉੱਥੇ ਪੜ੍ਹ ਰਹੇ ਸੀਗੇ, ਫਿਰ ਤੁਹਾਨੂੰ ਕਿਉਂ ਲੱਗਿਆ ਕਿ ਮੈਂ ਪੰਜਾਬੀ ਵੀ ਪੜ੍ਹਨੀ ਆ? ਵੀ ਜੇ ਬਦਦੁਆ ਦੇਣੀ ਹੋਵੇ ਤਾਂ ਕਹਿੰਦੇ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ। ਬਿਲਕੁਲ। ਅਸੀਂ ਇੱਕ ਬਦਦੁਆ ਤਾਂ ਲਈ ਇੱਥੋਂ ਆਪਦੇ ਆਪ ਨੂੰ ਖੜ ਕੇ, ਦੂਜੀ ਅਸੀਂ ਜੀਵਤ ਰੱਖੀਏ। ਜੇ ਅੱਜ ਇਹਨਾਂ ਨੂੰ ਅਸੀਂ ਨਹੀਂ ਸਿਖਾਵਾਂਗੇ, ਇਹਨਾਂ ਦੇ ਬੱਚੇ ਤਾਂ ਬਿਲਕੁਲ ਭੁੱਲ ਗਏ। ਅਸੀਂ ਤਾਂ ਬੋਲੀ ਖਤਮ ਕਰਤੀ। ਬਿਲਕੁਲ। ਉਹਨੂੰ ਬੋਲੀ ਨੂੰ ਜਿਉਂਦਾ ਰੱਖਣ ਵਾਸਤੇ ਅਸੀਂ ਕਿਹਾ ਵੀ ਘਰ 'ਚ ਇੱਕ ਰੂਲ ਹੈ ਵੀ ਘਰੇ ਇੰਗਲਿਸ਼ ਦਰਵਾਜ਼ੇ ਤੋਂ ਬਾਹਰ। ਉਸ ਟਾਈਮ ਇੰਨਾ ਮਨ ਬਣ ਗਿਆ ਸੀ ਮੰਮੀ ਪਾਪਾ ਦਾ, ਕਹਿੰਦੇ ਵੱਲ ਰੱਖ। ਮੈਂ ਕਿਹਾ ਪਾਪਾ ਨੇ ਰੱਖੇ ਉਸ ਟਾਈਮ 'ਤੇ ਨਾ ਮਾਮਾ ਜੀ ਰੱਖੇ, ਮੈਂ ਕਿਉਂ ਰੱਖਾਂ। 8ਵੀਂ 9ਵੀਂ 'ਚ ਇੱਕ ਕੈਂਪ 'ਤੇ ਜਾਣਾ ਸੀ। ਆਰਮੀ ਸਰਜੈਂਟ ਇਹਨਾਂ ਦਾ ਜਿਹੜਾ ਹੈਗਾ ਉਹ ਹੈੱਡ ਹੈ। ਅੱਛਾ। ਉਹਨੇ ਸਭ ਨੂੰ ਕਿਹਾ ਵੀ ਕੱਲ੍ਹ ਨੂੰ ਬॉयਜ਼ ਜਿਹੜੇ ਟਿਪ ਟੂ ਟੌਪ ਹੋਣੇ ਚਾਹੀਦੇ, ਸਭ ਦੇ ਸ਼ੇਵ ਕੀਤੀ ਹੋਣੀ ਚਾਹੀਦੀ, ਸਾਰੇ ਰੈਡੀ ਹੋਣੇ ਚਾਹੀਦੇ। ਕਹਿੰਦੇ ਐਕਸਕਲੂਡਿੰਗ ਅਜੇਸ਼ਵਰ। ਇਹਨੇ ਆਪਣੀਆਂ ਜੜ੍ਹਾਂ ਨਾਲ ਜੁੜਨਾ ਪਸੰਦ ਕੀਤਾ, ਇਹਨੇ ਦਸਤਾਰ ਸਜਾਉਣੀ ਪਸੰਦ ਕੀਤੀ। ਹੁਣੀ ਅਸੀਂ ਇਹਦਾ 18ਵਾਂ ਜਨਮ ਦਿਨ ਮਨਾਇਆ ਜੀ, ਤੇ ਅਸੀਂ ਦਸਤਾਰਬੰਦੀ ਕੀਤੀ ਹੈ। ਪੁੱਤ ਜਿਹੜਾ ਆਪਣੇ ਪਿਓ ਨੂੰ ਹੀ ਫੋਲੋ ਕਰੂਗਾ ਨਾ, ਉਹਦੇ ਨਕਸ਼ੇ ਕਦਮ ਤੇ ਤੁਰੂਗਾ, ਤਾਂ ਇੱਕੋ ਮਾਹੌਲ ਤੁਹਾਨੂੰ ਪਹਿਲਾਂ ਦੇਣਾ ਪਊਗਾ, ਮਾਵਾਂ ਨੂੰ ਦੇਣਾ ਪਊਗਾ, ਫਾਦਰ ਨੂੰ ਦੇਣਾ ਪਊਗਾ, ਫਿਰ ਤੁਹਾਡੇ ਬੱਚੇ ਉਸ ਲਾਈਨ ਤੇ ਤੁਰਨਗੇ। ਤੇ ਜਦੋਂ ਤੁਸੀਂ ਇੱਧਰ ਆਏ, ਪੰਜਾਬ 'ਚ ਆਏ, ਤੁਸੀਂ ਬੜੇ ਸਾਰੇ ਲੋਕਾਂ ਨੂੰ ਮਿਲੇ ਹੋਣੇ ਆ, ਇੱਥੇ ਆ ਕੇ ਤੁਸੀਂ ਕੀ ਐਕਸਪੀਰੀਅੰਸ ਕੀਤਾ ਕਿ ਪੰਜਾਬੀ ਨੂੰ ਲੈ ਕੇ ਲੋਕੀ ਹੈਗੇ ਨੇ ਜਾਗਰੂਕ? ਇੱਥੇ ਮੈਂ ਕਿਸੇ ਘਰੇ ਗਏ, ਬੱਚਾ ਹਿੰਦੀ 'ਚ ਬੋਲੀ ਜਾਂਦਾ, ਕੋਈ ਇੰਗਲਿਸ਼ 'ਚ ਬੋਲੀ ਜਾਂਦਾ, ਪੰਜਾਬੀ 'ਚ ਘੱਟ ਬੋਲਦੇ ਨੇ। ਸਮਝਦੇ ਨਹੀਂ, ਤੁਸੀਂ ਅਨਪੜ੍ਹ ਹੋ ਪੰਜਾਬੀ ਬੋਲਣ ਕਰਕੇ। 5 ਸਾਲ ਪਹਿਲਾਂ ਦੀ ਗੱਲ ਹੈ, ਅਸੀਂ ਪਿੰਡ ਗਏ ਤੇ ਇਹ ਜਿਵੇਂ ਪਿੰਡ 'ਚ ਪੰਜਾਬੀ ਬੋਲਦੇ ਸਾਰੀ ਉਵੇਂ ਪੰਜਾਬੀ ਨਾਰਮਲ ਬੋਲੀ ਆ। ਉਹਨਾਂ 'ਚੋਂ ਇੱਕ ਜਣਾ ਕਹਿੰਦਾ ਸਾਨੂੰ ਅੰਗਰੇਜ਼ੀ ਤਾਂ ਬੋਲ ਕੇ ਦਿਖਾ ਦੇ, ਸਾਨੂੰ ਲੱਗੇ ਤੂੰ ਬਾਹਰੋਂ ਆਇਆ। ਇਹਨੇ ਕਿਸੇ ਦੇ ਘਰੇ ਜਾ ਕੇ, ਪੰਜਾਬੀ ਫੈਮਿਲੀ ਦੇ ਘਰੇ ਜਾ ਕੇ ਕਹਿੰਦਾ ਮੈਂ ਗੰਢਾ ਲੈ ਲਾਂ। ਉਹਨਾਂ ਨੂੰ ਗੰਢੇ ਦਾ ਮਤਲਬ ਨਹੀਂ ਪਤਾ ਲੱਗਿਆ ਵੀ ਗੰਢਾ ਕੀ। ਤਾਂ ਇਹ ਮੇਰੇ ਮੂੰਹ ਵੱਲ ਦੇਖਣ ਲੱਗ ਗਿਆ। ਇਹਨੇ ਇੰਗਲਿਸ਼ ਪੜ੍ਹਿਆ, ਕੈਨ ਆਈ ਹੈਵ ਸਮ ਅਨੀਅਨਸ? ਓ ਯੈਸ ਯੈਸ। ਜਿਹੜੇ ਇੱਧਰੋਂ ਪੰਜਾਬ ਤੋਂ ਨਵੇਂ ਨਿਆਣੇ ਉੱਧਰ ਜਾਂਦੇ ਨੇ ਆਸਟ੍ਰੇਲੀਆ, ਹੈ ਨਾ, ਤਾਂ ਉੱਥੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਬਦਲਾਅ ਉਹਨਾਂ 'ਚ ਕੀ ਦੇਖਦੇ ਹੋ? ਜਿਵੇਂ ਗ੍ਰੀਕ ਇਟਾਲੀਅਨ, ਉਹ ਗ੍ਰੀਕ ਇਟਾਲੀਅਨ ਤੋਂ ਉੱਥੇ ਤਾਂ ਤੀਜੀ ਚੌਥੀ ਪੀੜ੍ਹੀ ਹੋ ਗਈ ਸਿਡਨੀ 'ਚ। ਉਹ 1950 1940 'ਚ ਆਏ ਸੀ ਗ੍ਰੀਕ ਸਿਟਲ ਤੋਂ, ਹਜੇ ਤੱਕ ਬੋਲਦੇ ਨੇ। ਤਾਂ ਆਪਣੇ ਤਾਂ ਮਤਲਬ ਆਪਣੀ ਜ਼ਿਆਦਾ ਕਰਦੇ ਨੇ, ਮਤਲਬ ਅੰਗਰੇਜ਼ੀ ਨੂੰ ਉਹ ਜ਼ਿਆਦਾ ਦਿੰਦੇ ਨਹੀਂ ਮਹੱਤਵ। ਗੋਰੇ ਐਡਵਾਈਜ਼ ਕਰ ਰਹੇ ਨੇ ਵੀ ਤੁਸੀਂ ਆਪਦੀ ਭਾਸ਼ਾ ਨਾ ਛੱਡੋ। ਬਿਲਕੁਲ। ਔਰ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਕਹਿ ਰਿਹਾ ਹੈ, ਪੂਰਵ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਵੀ ਤੁਸੀਂ ਆਪਦੀ ਭਾਸ਼ਾ ਨਾ ਛੱਡੋ, ਇਹ ਭਾਸ਼ਾ ਹੀ ਤੁਹਾਡੇ ਵਾਸਤੇ ਬਹੁਤ ਵੱਡੀ ਦੇਣ ਹੈ। ਕਹਿੰਦਾ ਮੇਰਾ ਜਿਹੜਾ ਉਹ ਪੇਪਰ ਹੈ ਨਾ, ਉਹ ਕਹਿੰਦਾ ਉਹਨਾਂ ਨੇ ਲਾਲ ਠੀਕੇ ਲਾ ਕੇ ਭਰਤਾ। ਮੈਂ ਕਿਹਾ ਕਿਉਂ? ਕਹਿੰਦਾ ਕਿਉਂਕਿ ਮੈਂ ਪੰਜਾਬੀ ਬੋਲਦਾ ਵਾਂ, ਤੇ ਕਹਿੰਦਾ ਜਦੋਂ ਹੀ ਮੈਂ ਪੰਜਾਬੀ ਬੋਲਦਾ ਤਾਂ ਉਹਦੇ ਤੇ ਉਹ ਲਾਲ ਟਿੱਕਾ ਲਾ ਦਿੰਦੇ ਨੇ। ਤੇ ਕਹਿੰਦਾ ਮੈਂ ਹੁਣ ਪੂਅਰ ਸਟੂਡੈਂਟ ਆ ਉਹਨਾਂ ਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਬੀ ਸੋਸ਼ਲ। ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਉਮੀਦ ਹੈ ਠੀਕ ਠਾਕ ਹੋਵੋਗੇ। ਪੰਜਾਬ 'ਚ ਇੰਨੇ ਦਿਨੀ ਬਹੁਤ ਸਾਰੇ ਮੁੱਦੇ ਵਿਚਾਰਨਯੋਗ ਨੇ, ਤਾਂ ਇਹਨਾਂ ਦੇ ਵਿੱਚੋਂ ਇੱਕ ਮੁੱਦਾ ਬੋਲੀ ਦਾ ਵੀ ਹੈ। ਪਿਛਲੇ ਕੁਝ ਸਾਲਾਂ ਤੋਂ ਇਹਦੇ ਉੱਤੇ ਅਸੀਂ ਖਾਸੀ ਬਹਿਸ ਕਰਦੇ ਆ ਰਹੇ ਹਾਂ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਨਾਲੋਂ ਟੁੱਟਦੇ ਜਾ ਰਹੇ ਹਾਂ। ਸਾਡੇ ਪੰਜਾਬ ਰਹਿੰਦੇ ਲੋਕਾਂ ਦੀ ਇਹ ਦੌੜ ਲੱਗੀ ਹੋਈ ਹੈ ਕਿ ਸਾਡੇ ਨਿਆਣੇ ਅੰਗਰੇਜ਼ੀ ਬੋਲਣ, ਅੰਗਰੇਜ਼ੀ ਮੁਲਕਾਂ ਦੇ ਵਿੱਚ ਜਾਣ, ਅੰਗਰੇਜ਼ੀ ਦਿਖਣ, ਤੇ ਇਸ ਦੇ ਉਲਟ ਜਿਹੜੇ ਸਾਡੇ ਲੋਕ ਪੰਜਾਬ ਤੋਂ ਬਾਹਰ ਰਹਿੰਦੇ ਨੇ ਉਹਨਾਂ ਦੀ ਇਹ ਦੌੜ ਆ, ਜਾਂ ਕਹਿ ਲਓ ਕਿ ਉਹਨਾਂ ਦੀ ਇਹ ਚਿੰਤਾ ਕਿ ਆਪਣੇ ਨਿਆਣਿਆਂ ਨੂੰ ਪੰਜਾਬ ਅਤੇ ਪੰਜਾਬੀ ਦੇ ਨਾਲ ਕਿਵੇਂ ਜੋੜ ਕੇ ਰੱਖਿਆ ਜਾਵੇ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲ 'ਚ ਰਹਿੰਦੇ ਅਜੇਸ਼ਵਰ ਸਿੰਘ ਵਿਰਕ ਉਹਨਾਂ ਨੇ ਹਾਲ ਹੀ ਦੇ ਵਿੱਚ ਪੰਜਾਬੀ 'ਚ 100 ਚੋਂ 91 ਨੰਬਰ ਲਏ ਨੇ, ਤੇ ਇਹ ਉਹਨਾਂ ਦਾ ਨਤੀਜਾ ਬੜਾ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਸੋ 1 ਸਾਲ ਦੇ ਸੀਗੇ ਜਦੋਂ ਉਹ ਪੰਜਾਬ ਤੋਂ ਆਸਟ੍ਰੇਲੀਆ ਚਲੇ ਗਏ, ਅਤੇ ਉਸ ਤੋਂ ਬਾਅਦ ਉਹਨਾਂ ਨੇ 10ਵੀਂ ਤੱਕ ਪੰਜਾਬੀ ਨਹੀਂ ਪੜ੍ਹੀ। ਪੰਜਾਬੀ 10ਵੀਂ ਤੋਂ ਬਾਅਦ ਜਾ ਕੇ ਉਹਨਾਂ ਨੇ ਸ਼ੁਰੂ ਕੀਤੀ, ਜਿਹਦੇ ਵਿੱਚ ਅਜੇਸ਼ਵਰ ਦੱਸਦੇ ਨੇ ਕਿ ਉਹਨਾਂ ਦੀ ਇੱਕ ਸਕੂਲ ਟੀਚਰ ਅਤੇ ਉਹਨਾਂ ਦੇ ਮਾਤਾ ਜੀ ਦਾ ਬੜਾ ਯੋਗਦਾਨ ਹੈ। ਅੱਜ ਦੀ ਇਸ ਇੰਟਰਵਿਊ ਦੇ ਵਿੱਚ ਅਜੇਸ਼ਵਰ ਦੇ ਨਾਲ ਉਹਨਾਂ ਦੇ ਮਾਤਾ ਜੀ ਰਤਨਦੀਪ ਕੌਰ ਵਿਰਕ ਵੀ ਹੋਣਗੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ, ਬੀ ਸੋਸ਼ਲ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ। ਭੈਣ ਜੀ ਹੁਣੀ ਤਾਂ ਬੀ ਸੋਸ਼ਲ ਦੇ ਦਰਸ਼ਕ ਵੀ ਨੇ। ਹਾਂਜੀ। ਦੇਖਦੇ ਰਹਿੰਦੇ ਹਾਂ ਜੀ, ਤੁਹਾਨੂੰ ਰੈਗੂਲਰਲੀ ਸੁਣਦੇ ਰਹਿੰਦੇ ਹਾਂ। ਹਾਂ। ਹਾਂਜੀ, ਠੀਕ ਹੈ। ਅਜੇਸ਼ਵਰ,
ਤੁਸੀਂ ਕਿਵੇਂ ਹੋ? ਬਸ ਵਧੀਆ, ਤੁਸੀਂ ਸੁਣਾਓ। ਅੱਛਾ, ਕਿੰਨੇ ਟਾਈਮ ਬਾਅਦ ਤੁਸੀਂ ਪੰਜਾਬ ਆਏ ਹੋ ਹੁਣ? 3 ਸਾਲ ਬਾਅਦ ਆਏ ਹਾਂ ਜੀ, ਕੋਵਿਡ ਤੋਂ ਪਹਿਲਾਂ ਆਏ ਸੀ। ਅੱਛਾ ਉਸ ਤੋਂ ਬਾਅਦ ਚੱਕਰ ਲੱਗਿਆ, 2 ਸਾਲ ਬੰਦ ਰਿਹਾ ਤੇ ਹੁਣ ਆਇਆ ਬਸ। ਅੱਛਾ, ਤੇ ਤੁਸੀਂ 1 ਸਾਲ ਦੇ ਸੀਗੇ ਜਦੋਂ ਇੱਥੋਂ ਗਏ ਹੋ, ਹਾਂਜੀ ਹੈਨਾ? ਤੇ ਮੈਨੂੰ ਦੱਸੋ ਤੁਸੀਂ ਕਿ ਪਹਿਲਾਂ ਤਾਂ ਆਪਾਂ ਇਸੇ ਚੀਜ਼ ਤੇ ਗੱਲ ਕਰ ਲਈ ਕਿਉਂਕਿ ਸਾਰਿਆਂ ਨੂੰ ਕਲੀਅਰ ਹੋ ਜਾਵੇ ਕਿ HSC ਹੈ ਕੀ, ਜਿਹਦੇ ਵਿੱਚ ਤੁਸੀਂ ਲੈਂਗੁਏਜ ਦਾ ਪੇਪਰ ਦਿੱਤਾ ਤੇ ਉਹਦੇ ਵਿੱਚੋਂ ਤੁਸੀਂ ਪਹਿਲੇ ਨੰਬਰ ਤੇ ਆਏ। HSC ਕੀ ਆ? HSC ਉੱਥੇ ਐਸੈਂਸ਼ਲੀ ਮੈਂ ਇੱਥੇ +2 ਦੇ ਪੇਪਰ ਹੁੰਦੇ ਨੇ, ਉੱਥੇ ਸਿਡਨੀ ਵਿੱਚ HSC ਕਹਿੰਦੇ, ਨਿਊ ਸਾਊਥ ਵੇਲਸ 'ਚ। HSC ਸਾਰਾ ਸਟੈਂਡਰਡ ਹੁੰਦਾ ਸਾਰਿਆਂ ਦਾ, ਤੇ ਉੱਥੇ HCS ਜਾਂ HSC? ਹਾਇਰ ਸੈਕੰਡਰੀ ਸਕੂਲ ਸਰਟੀਫਿਕੇਟ। ਅੱਛਾ, ਬਸ ਉਹ ਇੱਥੋਂ ਦਾ +2 ਸਮਝ ਲਓ, ਜੇ 12ਵੀਂ ਦੇ ਐਗਜ਼ਾਮ ਹੁੰਦੇ ਨੇ। ਅੱਛਾ। ਹਾਂਜੀ। ਤੇ ਇਸ ਚੀਜ਼ ਨੂੰ ਲੈ ਕੇ ਇੰਨੀ ਚਰਚਾ ਕਿਉਂ ਹੋ ਰਹੀ ਆ? ਉੱਥੇ ਕਦੇ ਵੀ ਕਿਸੇ ਬੱਚੇ ਨੇ ਪੰਜਾਬੀ ਪਾਸ ਨਹੀਂ ਕੀਤੀ ਜਾਂ ਪੰਜਾਬੀ ਦਾ ਵਿਸ਼ਾ ਨਹੀਂ ਲਿਆ ਕਦੇ? ਦੇਖੋ ਤਾਂ ਤੁਸੀਂ ਦੱਸੋਗੇ ਕਿਉਂ ਚਰਚਾ ਹੋ ਰਹੀ ਆ, ਪਰ ਚਰਚਾ ਤਾਂ ਕਿਉਂਕਿ ਮੈਂ ਕਿੰਗ ਸਕੂਲ ਗਿਆ ਸੀ, ਜੋ ਪ੍ਰਾਈਵੇਟ ਸਕੂਲ ਆ। 150 ਸਾਲ ਪਹਿਲਾਂ ਕੁਈਨ ਨੇ ਸਥਾਪਨਾ ਕੀਤੀ ਸੀ ਉਸ ਸਕੂਲ ਦੀ। ਅੱਛਾ, ਤੇ ਉੱਥੋਂ ਲਾਈਕ ਕਦੇ ਵੀ ਬੱਚਾ ਲੈਂਗੁਏਜ 'ਚ ਕਦੇ ਫਸਟ ਨਹੀਂ ਆਇਆ। ਠੀਕ ਹੈ। ਤੇ ਪੰਜਾਬੀ 'ਚ ਪਹਿਲਾ ਬੱਚਾ ਸੀ ਜਿਹੜਾ ਪੰਜਾਬੀ 'ਚ ਟੌਪ ਕੀਤਾ ਕਿੰਗ ਸਕੂਲ ਜਾ ਕੇ। ਜਦਾਂ ਉਹ ਸਕੂਲ ਖੁੱਲਿਆ ਤਾਂ ਉਹ ਸਕੂਲ ਦੇ ਵਿੱਚੋਂ ਪੰਜਾਬੀ 'ਚੋਂ ਕੋਈ ਵੀ ਬੱਚਾ ਪਹਿਲੇ ਨੰਬਰ ਤੇ ਨਹੀਂ ਆਇਆ? ਨਾਟ ਓਨਲੀ ਪੰਜਾਬੀ ਜੀ, ਕਿਸੇ ਵੀ ਲੈਂਗੁਏਜ ਚੋਂ ਉਹ ਸਕੂਲ ਚੋਂ ਕੋਈ ਬੱਚਾ ਫਸਟ ਨਹੀਂ ਆਇਆ। ਬੀਇੰਗ ਅ ਪ੍ਰਾਈਵੇਟ ਸਕੂਲ, ਉਹ ਕਹਿੰਦੇ ਨੇ ਬਿਕੋਜ਼ ਲੈਂਗੁਏਜ ਜਿਹੜੀ ਹੈ ਉਹ ਸਾਨੂੰ ਆਊਟ ਆਫ ਸਕੂਲ ਕਰਨੀ ਪੈਂਦੀ ਹੈ। ਅੱਛਾ, ਪ੍ਰਾਈਵੇਟਲੀ ਇੱਕ ਉਹਦਾ ਕਰਿਕੂਲਮ ਅੱਡ ਹੈ, ਉਹਦੀ ਸੈਚਰਡੇ ਨੂੰ ਕਲਾਸਿਸ ਲੱਗਦੀਆਂ ਨੇ। ਠੀਕ ਹੈ। ਸੈਚਰਡੇ ਇਹਨਾਂ ਦੀ ਸਪੋਰਟਸ ਬਹੁਤ ਜ਼ਰੂਰੀ ਹੁੰਦੀ ਹੈ, ਤੇ ਸਪੋਰਟਸ ਤੋਂ ਇਹਨੂੰ ਆਫ ਨਹੀਂ ਦਿੰਦੇ ਸੀਗੇ। ਉਹ ਮੇਰੀ 7ਵੀਂ ਤੋਂ 10ਵੀਂ ਤੱਕ ਤਾਂ ਸਕੂਲ ਨਾਲ ਜਹਿਦ ਰਹੀ ਕਿ ਸਾਨੂੰ ਸੈਚਰਡੇ ਆਫ ਕਰ ਦਿਓ, ਇਹਨੂੰ ਪੰਜਾਬੀ ਪੜ੍ਹਾਉਣੀ ਹੈ। ਫਿਰ ਕੋਵਿਡ ਆ ਗਿਆ, ਮੈਂ ਕਿਹਾ ਹੁਣ ਤਾਂ ਤੁਹਾਡੀ ਸਪੋਰਟਸ ਵੈਸੇ ਵੀ ਬੰਦ ਹੈ, ਸਾਨੂੰ ਇੱਕ ਮੌਕਾ ਤਾਂ ਦਿਓ ਕਰਨ ਦਾ। ਫਿਰ ਜਦੋਂ ਇਹਨੇ ਐਕਸੈਲ ਕਰਨਾ ਸ਼ੁਰੂ ਕੀਤਾ, ਫਿਰ ਸਕੂਲ ਨੇ ਇਹਨੂੰ ਐਗਜ਼ੈਂਪਟ ਕੀਤਾ ਸਪੋਰਟਸ ਤੋਂ। ਉਹ ਕਹਿੰਦੇ ਬੱਚਾ ਹਟਾ ਲਓ, ਅਸੀਂ ਸਪੋਰਟਸ ਤੋਂ ਐਗਜ਼ੈਂਪਟ ਨਹੀਂ ਕਰਨਾ। ਠੀਕ ਹੈ। ਫਿਰ ਉਹਨਾਂ ਨੇ ਜਦੋਂ ਦੇਖਿਆ ਕਿ ਇੰਨਾ ਵਧੀਆ ਕਰੂਗਾ, ਸਾਡੇ ਸਕੂਲ ਦੀ ਹਿਸਟਰੀ ਚੇਂਜ ਹੋ ਜੂਗੀ ਕਿ ਇੱਕ ਬੱਚਾ ਲੈਂਗੁਏਜ 'ਚ ਟੌਪ ਕਰਕੇ ਸਾਡੇ ਸਕੂਲ ਦਾ ਟੌਪਰ ਜਾ ਰਿਹਾ, ਫਿਰ ਉਹਨੇ ਐਗਜ਼ੈਂਪਸ਼ਨ ਦਿੱਤੀ ਸੈਟਰਡੇ ਸਪੋਰਟਸ ਤੋਂ। ਫਿਰ ਇਹ ਜਾਂਦਾ ਰਿਹਾ ਉੱਥੇ, ਇਹਨੂੰ ਸਕੂਲ ਜਾਂਦਾ ਸੀ, ਘਰੋਂ ਮੈਂ ਪੜ੍ਹਾਉਂਦੀ ਸੀਗੀ, ਤਾਂ ਉੱਥੋਂ ਸਾਡਾ ਸਫ਼ਰ ਸ਼ੁਰੂ ਹੋਇਆ। ਜ਼ਰੂਰੀ ਤਾਂ ਸੀ ਬਿਕੋਜ਼ 30 ਤੋਂ 35 ਲੈਂਗੁਏਜਸ ਨੇ ਜਿਹੜੀਆਂ ਦੁਨੀਆ ਤੋਂ ਉਹਨਾਂ ਨੇ ਲਈਆਂ ਨੇ, ਜਿਹੜੀਆਂ ਤੁਸੀਂ ਆਸਟ੍ਰੇਲੀਆ 'ਚ ਪੜ੍ਹਾ ਸਕਦੇ ਹੋ। ਆਈ ਮਾਈਟ ਬੀ ਰੋਂਗ, ਮਤਲਬ 35 ਤੋਂ 40 ਲਾ ਲਓ, ਚਲੋ ਮੈਨੂੰ ਐਗਜ਼ੈਕਟ ਨਹੀਂ ਨੰਬਰ ਪਤਾ। ਠੀਕ ਹੈ। ਇੰਨੀਆਂ ਲੈਂਗੁਏਜਸ ਨੇ ਅਪਾਰਟ ਫਰੋਮ ਅਦਰ ਸਬਜੈਕਟਸ, ਜਿਵੇਂ ਇੰਗਲਿਸ਼, ਮੈਥਸ, ਬਾਕੀ ਸਾਰੇ ਸਬਜੈਕਟ ਨੇ। ਉਨੀ ਹੀ ਮਾਨਤਾ ਇੱਕ ਸਬਜੈਕਟ ਨੂੰ ਦਿੱਤੀ ਜਾਂਦੀ ਹੈ, ਪੰਜਾਬੀ ਨੂੰ। ਅੱਛਾ। ਤਾਂ ਉਹਦੇ 'ਚੋਂ ਇੱਕ ਬਹੁਤ ਵੱਡਾ ਜੂਆ ਕਹਿ ਲਓ ਖੇਡਿਆ ਅਸੀਂ, ਵੀ ਜੇ ਇਹਦੇ ਨੰਬਰ ਨਾ ਆਉਂਦੇ, ਜੇ ਫਿਰ ਇਹਦਾ ਸਾਰੇ ਦਾ ਸਾਰਾ 12ਵੀਂ ਦਾ ਰਿਜ਼ਲਟ ਜਿਹੜਾ ਉਹ ਖਰਾਬ ਹੋ ਜਾਣਾ ਸੀ। ਅੱਛਾ। ਜਿੰਨੇ ਨੰਬਰ ਇਹਦੇ ਮੈਥ ਦੇ ਜੁੜੇ ਨੇ, ਜਿੰਨੇ ਨੰਬਰ ਇਹਦੇ ਇੰਗਲਿਸ਼ ਦੇ, ਜਿੰਨੇ ਨੰਬਰ ਇਹਦੇ ਹਿਸਟਰੀ ਦੇ ਜੁੜੇ ਨੇ, ਉਨੇ ਹੀ ਨੰਬਰ ਇਹਦੇ ਪੰਜਾਬੀ ਦੇ ਜੁੜੇ ਨੇ। ਅੱਛਾ ਜੀ। ਹਾਂਜੀ। ਠੀਕ ਹੈ। ਤਾਂ ਉਹ ਇੱਕ ਬਹੁਤ ਵੱਡਾ ਰਿਸਕ ਸੀ। ਤਾਂ ਇਹ ਮੈਂ ਇਹਨੂੰ ਕਿਹਾ ਕਿ ਤੂੰ ਬੋਲਦਾ ਇੰਨੀ ਵਧੀਆ, ਆਪਾਂ ਸਾਰਾ ਕੁਛ ਹੈ ਤਾਂ ਲਿਖਣੀ ਹੈ, ਆਪਾਂ ਕਰ ਲੈਂਦੇ ਹਾਂ ਸ਼ੁਰੂ। ਊੜੇ ਅੜੇ ਤੇ ਖੜੇ ਸੀ ਅਸੀਂ 10ਵੀਂ ਤੱਕ। ਫਿਰ ਅਸੀਂ 2 ਸਾਲ ਦੱਬ ਕੇ ਸਾਰਾ ਕੁਛ ਲਾਇਆ, ਤੇ ਹੁਣ ਊੜੇ ਅੜੇ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਤੱਕ ਪੜ੍ਹਨ ਦਾ ਸਫ਼ਰ ਜਿਹੜਾ ਸਾਡਾ 2 ਸਾਲਾਂ 'ਚ ਅਸੀਂ ਕੰਪਲੀਟ ਕਰ ਲਿਆ। ਅੱਛਾ। ਹਾਂਜੀ। ਇਹ 2 ਸਾਲ ਬਹੁਤ ਥੋੜੇ ਹੁੰਦੇ ਨੇ। ਹਾਂਜੀ। ਲੈਂਗੁਏਜ ਜੇ ਮਤਲਬ ਤੁਸੀਂ ਉਹ ਲੈਂਗੁਏਜ ਪਿਛਲੇ 17-18 ਸਾਲਾਂ ਤੋਂ ਨਹੀਂ ਬੋਲੀ ਹੁੰਦੀ ਜਾਂ ਨਹੀਂ ਲਿਖੀ ਹੁੰਦੀ, ਨਹੀਂ ਪੜ੍ਹੀ ਹੁੰਦੀ, ਸੋ ਤੁਸੀਂ ਕਿਵੇਂ ਪੰਜਾਬੀ ਦੇ ਵਿੱਚ ਆਪਣੇ ਆਪ ਨੂੰ ਇੰਨਾ ਪਰਫੈਕਟ ਬਣਾਇਆ ਕਿ ਤੁਸੀਂ 100 ਚੋਂ 91 ਨੰਬਰ ਲੈ ਕੇ ਆਏ? 10ਵੀਂ ਤੱਕ ਸਾਡੇ ਘਰ 'ਚ ਸਾਰੇ ਪੰਜਾਬੀ ਬੋਲਦੇ ਸੀ ਜੀ। ਠੀਕ ਹੈ। ਸਾਡੇ ਛੋਟੇ ਹੁੰਦੇ ਮੰਮੀ ਪਾਪਾ ਕਹਿੰਦੇ ਸੀ ਕਿ ਪੰਜਾਬੀ ਬੋਲਣੀ, ਇੰਗਲਿਸ਼ ਬੋਲਣੀ ਨਹੀਂ ਘਰੇ। ਅੱਛਾ ਜੀ। ਤਾਂ ਬੋਲਣੀ ਆਉਂਦੀ ਸੀ, ਸੁਣਨੀ ਆਉਂਦੀ ਸੀ ਓਬਵੀਅਸਲੀ। ਅਤੇ ਮੈਂ ਇੰਗਲਿਸ਼ 'ਚ ਮੈਂ ਬਹੁਤ ਵਧੀਆ ਕੀਤਾ, ਅਤੇ ਉਸ ਕਰਕੇ ਵੋਕੈਬਲਰੀ ਸੀ, ਉਹ ਕੰਟਰੋਲ ਸੀ ਭਾਸ਼ਾ 'ਤੇ। ਤਾਂ ਹਰ ਰੋਜ਼ 1.5 ਤੋਂ 2 ਘੰਟੇ ਪੰਜਾਬੀ 'ਤੇ ਲਾਉਣੇ, ਰੀਡਿੰਗ 'ਤੇ ਰਾਈਟਿੰਗ 'ਤੇ। ਜਿਹੜੇ 4 ਕੰਪੋਨੈਂਟ ਹੁੰਦੇ ਨੇ, ਉਹ ਚਾਰਾਂ 'ਤੇ ਹੌਲੀ ਹੌਲੀ। ਕਿੱਥੋਂ ਸ਼ੁਰੂ ਕੀਤਾ ਸੀ? ਊੜੇ ਆੜੇ ਤੋਂ ਸ਼ੁਰੂ ਕੀਤਾ ਸੀਗਾ ਜਾਂ ਕਿਵੇਂ ਤੁਸੀਂ ਪੰਜਾਬੀ ਦੀ ਪ੍ਰੈਕਟਿਸ ਸ਼ੁਰੂ ਕੀਤੀ ਸੀਗੀ ਆਪਣੀ? ਊੜਾ ਆੜੇ ਜਿਹੜੀ ਹਾ ਤੱਕ ਆਉਂਦੀ ਸੀ, ਉਸ ਤੋਂ ਬਾਅਦ ਤਾਂ ਨਹੀਂ ਆਉਂਦਾ ਸੀ। ਉਹ ਬਸ ਦੂਜੀ ਲਾਈਨ ਤੋਂ ਲੈ ਕੇ ਐਂਡ ਤੱਕ ਮੈਂ ਸਾਰਾ 35 ਸਿੱਖ ਕੇ। ਅੱਛਾ। ਅਤੇ ਹੌਲੀ ਹੌਲੀ ਪਹਿਲਾਂ ਬਿਨਾਂ ਲਗਾ ਮਾਤਰਾ ਵਾਲੇ ਸ਼ਬਦ, ਜਿਹਨਾਂ 'ਤੇ ਕੁਛ ਨਹੀਂ ਲੱਗਦਾ ਸੀ, ਜਿਵੇਂ ਉਹ ਸਿੱਖੇ। ਉਦੋਂ ਤੋਂ ਬਾਅਦ ਲਗਾ ਮਾਤਰਾ ਸਿੱਖੀਆਂ, ਫਿਰ ਹੌਲੀ ਹੌਲੀ ਇੱਕ ਵਰਡ ਕਰਕੇ ਅੱਗੇ ਅੱਗੇ ਅੱਗੇ। ਤੁਹਾਨੂੰ ਕਦੇ ਇਹ ਨਹੀਂ ਲੱਗਿਆ ਹੈਗਾ ਕਿ ਮੈਂ ਤਾਂ ਆਸਟ੍ਰੇਲੀਆ 'ਚ ਹਾਂ? ਕਿਉਂਕਿ ਅੱਜ ਕੱਲ੍ਹ ਤਾਂ ਪੰਜਾਬ ਰਹਿੰਦੇ ਸਾਡੇ ਵਰਗਿਆਂ ਨੂੰ ਵੀ ਲੱਗਣ ਲੱਗ ਗਿਆ ਕਿ ਪੰਜਾਬੀ ਦੇ ਨਾਲੋਂ ਇੰਗਲਿਸ਼ ਜ਼ਰੂਰੀ ਆ, ਹੈ ਨਾ, ਇਹ ਆਉਣੀ ਚਾਹੀਦੀ ਹੈ ਕਿਉਂਕਿ ਗਲੋਬਲ ਲੈਂਗੁਏਜ ਆ। ਪਰ ਤੁਸੀਂ ਤਾਂ ਆਸਟ੍ਰੇਲੀਆ ਰਹਿੰਦੇ ਸੀਗੇ, ਤੁਹਾਡੀ ਅਗਲੀ ਲਾਈਫ ਵੀ ਉੱਥੇ ਹੀ ਹੋਣੀ ਆ, ਹੈ ਨਾ, ਤੁਸੀਂ ਉੱਥੇ ਪੜ੍ਹ ਰਹੇ ਸੀਗੇ।
ਫਿਰ ਤੁਹਾਨੂੰ ਕਿਉਂ ਲੱਗਿਆ ਕਿ ਮੈਂ ਪੰਜਾਬੀ ਵੀ ਪੜ੍ਹਨੀ ਆ, ਮੈਨੂੰ ਪੰਜਾਬੀ ਆਉਣੀ, ਬੋਲਣੀ ਅਲੱਗ ਗੱਲ ਆ, ਉਹ ਤਾਂ ਅਸੀਂ ਬੋਲਦੇ ਹੀ ਰਵਾਂਗੇ ਹੈ ਨਾ, ਵੀ ਪੰਜਾਬੀ ਮੈਨੂੰ ਲਿਖਣੀ ਵੀ ਆਉਣੀ ਚਾਹੀਦੀ ਹੈ ਤੇ ਮੈਨੂੰ ਪੜ੍ਹਨੀ ਵੀ ਆਉਣੀ ਚਾਹੀਦੀ ਆ। ਪੰਜਾਬੀ ਪਰਿਵਾਰ 'ਚ ਪੰਜਾਬੀ ਬੋਲਣੀ ਤੇ ਹੋਣੀ ਤਾਂ ਚਾਹੀਦੀ ਆ। ਮੇਰੇ ਦੋਸਤ, ਮੈਂ ਜ਼ਿਆਦਾ ਦੋਸਤ ਮੇਰੇ ਉੱਥੋਂ ਦੇ ਹੀ ਨੇ, ਮੈਂ ਇਟਾਲੀਅਨ ਹੋ ਗਏ, ਗੋਰੇ ਹੋ ਗਏ, ਅੱਛਾ ਪਰ ਮੋਸਟਲੀ ਮੇਰੇ 1-2 ਦੋਸਤ ਸੀ ਪੰਜਾਬੀ ਜਿਹੜੇ ਇੱਥੋਂ ਆਏ ਸੀ ਮੇਰੀ ਕਲਾਸ 'ਚ, ਅੱਛਾ ਜਿਹੜੇ ਲੁਧਿਆਣੇ ਤੋਂ ਸੰਗਰੂਰ ਤੋਂ ਆਏ ਸੀ, ਉਹਨਾਂ ਨਾਲ ਪੰਜਾਬੀ 'ਚ ਗੱਲ ਕਰਦਾ ਸੀ। ਠੀਕ ਤੇ ਹੈ। ਸਾਡੇ ਘਰ 'ਚ ਪਹਿਲਾਂ ਕਿ ਪੰਜਾਬੀ ਦਾ ਮਾਹੌਲ ਹੀ ਸੀ, ਮਤਲਬ ਕਿ ਮੇਰੇ ਨਾਨੀ ਜੀ ਤੇ ਮੈਂ ਕਿ ਸਾਰੇ ਕਜ਼ਨਸ ਸਾਰੇ ਪੰਜਾਬੀ ਨਾਲ ਹੀ ਗੱਲ ਕਰਦੇ ਸੀ। ਠੀਕ ਹੈ ਭੈਣ ਜੀ, ਇੱਕ ਗੱਲ ਮੈਨੂੰ ਦੱਸੋ, ਕਿਉਂਕਿ ਜਦੋਂ ਅੱਜ ਮਤਲਬ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ ਨਾ, ਤਾਂ ਇਹ ਆ ਜਾਂਦਾ ਹੈ ਕਿ ਹੋ ਸਕਦਾ ਹੈ ਕਿ ਦੋਵੇਂ ਪਾਸੇ ਇੱਕੋ ਜਿਹੇ ਜ਼ਿੰਮੇਵਾਰ ਹੋਣ, ਪਰ ਮੁੜ ਕੇ ਗੱਲ ਇੱਥੇ ਆ ਜਾਂਦੀ ਆ ਜੋ ਮੈਨੂੰ ਲੱਗਦਾ ਕਿਸੇ ਹੱਦ ਤੱਕ ਸਹੀ ਵੀ ਆ, ਹੈ ਨਾ, ਜੇ ਮੈਂ ਪਾਰਸ਼ਲ ਨਾ ਹੋਵਾਂ, ਕਿ ਸਾਡੇ ਘਰ ਦੀਆਂ ਜਨਾਨੀਆਂ ਨੂੰ ਬਹੁਤ ਜ਼ਿਆਦਾ ਹੁੰਦਾ ਹੈ ਕਿ ਮੇਰਾ ਬੱਚਾ ਅੰਗਰੇਜ਼ੀ ਸਕੂਲ 'ਚ ਹੀ ਪੜ੍ਹੂਗਾ ਅਤੇ ਇੰਗਲਿਸ਼ ਇਹਨੂੰ ਆਉਣੀ ਬਹੁਤ ਜ਼ਰੂਰੀ ਆ। ਜਾਂ ਕਿਤੇ ਘਰੇ ਕੋਈ ਆਇਆ, ਕੋਈ ਪ੍ਰਾਹੁਣਾ ਆਇਆ, ਕੋਈ ਰਿਸ਼ਤੇਦਾਰ ਆਇਆ, ਹੈ ਨਾ, ਤਾਂ ਉਹਨਾਂ ਨੂੰ ਇਹ ਹੁੰਦਾ ਕਿ ਜਿੰਨੀ ਦੇਰ ਤੱਕ ਮੇਰਾ ਨਿਆਣਾ 4 ਸ਼ਬਦ ਅੰਗਰੇਜ਼ੀ ਦੇ ਨਹੀਂ ਬੋਲਦਾ ਤਾਂ ਮਤਲਬ ਸਾਡੀ ਇੱਜ਼ਤ ਨਹੀਂ ਬਣਦੀ ਹੈਗੀ। ਪਰ ਤੁਸੀਂ 2006 'ਚ ਇੱਥੋਂ ਚਲੇ ਗਏ ਸੀਗੇ, ਬਾਵਜੂਦ ਇਸ 'ਤੇ ਤੁਹਾਨੂੰ ਕਿਉਂ ਲੱਗਿਆ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਬੋਲਣੀ ਵੀ ਆਉਣੀ ਚਾਹੀਦੀ ਆ, ਲਿਖਣੀ ਵੀ ਆਉਣੀ ਚਾਹੀਦੀ ਆ, ਪੜ੍ਹਨੀ ਵੀ ਆਉਣੀ ਚਾਹੀਦੀ? ਕਿਉਂਕਿ ਇਹਨਾਂ ਦੀ ਰੀਸੈਂਟ ਇੰਟਰਵਿਊ ਦੇ ਵਿੱਚ ਇਹਨਾਂ ਨੇ ਤੁਹਾਡਾ ਜ਼ਿਕਰ ਕੀਤਾ ਕਿ ਮੇਰੇ ਮਾਤਾ ਜੀ ਨੂੰ ਸੀਗਾ ਕਿ ਅਸੀਂ ਪੰਜਾਬੀ ਦੇ ਨਾਲ ਜੁੜੀਏ। ਜੀ ਜੀ, ਆਪਣੇ ਦੇਖੋ ਜੀ, ਪਹਿਲਾਂ ਤਾਂ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ 'ਚ ਜਾਣਾ ਹੀ ਬਹੁਤ ਵੱਡਾ ਔਖਾ ਕੰਮ ਹੈ। ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਲੱਗਦਾ ਤਾਂ ਹੈ ਵੀ ਅਸੀਂ ਬਾਹਰ ਚੱਲੇ ਹਾਂ ਅਤੇ ਪਤਾ ਨਹੀਂ ਅਸੀਂ ਕੀ ਅਚੀਵਮੈਂਟ ਕਰ ਲਈ। ਦੂਸਰਾ, ਜੇ ਆਪਾਂ ਕਹਿੰਦੇ ਹਾਂ ਜੀ ਬਾਹਰ ਚਲੇ ਗਏ, ਇੱਕ ਤਾਂ ਜੜ੍ਹਾਂ ਅਸੀਂ ਉੱਥੇ ਪੁੱਟ ਲਈਆਂ ਆਪਦੀਆਂ, ਇੱਕ ਬੂਟਾ ਪੁੱਟ ਕੇ ਤਾਂ ਅਸੀਂ ਲੈ ਗਏ ਉੱਥੇ। ਦੂਜਾ, ਜੇ ਅਸੀਂ ਆਪਦੀ ਭਾਸ਼ਾ ਹੀ ਛੱਡਤੀ ਤਾਂ ਸਮਝ ਲਓ ਅਸੀਂ ਆਪਦਾ ਅਗਲਾ ਸਾਰਾ ਫਿਊਚਰ ਹੀ ਖ਼ਤਮ ਕਰ ਲਿਆ, ਆਪਦੀ ਵਜੂਦ ਖ਼ਤਮ ਕਰ ਲਿਆ ਸਾਰਾ। ਕਹਿੰਦੇ ਜਿਵੇਂ ਕਿਸੇ ਨੂੰ ਕਹਿੰਦੇ ਨਾ ਵੀ ਜੇ ਬਦਦੁਆ ਦੇਣੀ ਹੋਵੇ ਤਾਂ ਕਹਿੰਦੇ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ। ਬਿਲਕੁਲ। ਅਸੀਂ ਇੱਕ ਬਦਦੁਆ ਤਾਂ ਲਈ ਇੱਥੋਂ ਆਪਦੇ ਆਪ ਨੂੰ ਉਖਾੜ ਕੇ, ਦੂਜੀ ਅਸੀਂ ਜੀਵਤ ਰੱਖੀਏ, ਹਾਂ, ਵੀ ਘੱਟੋ ਘੱਟ ਮਾਂ ਬੋਲੀ ਨੂੰ ਜਿਉਂਦੇ ਰੱਖੀਏ। ਬਿਲਕੁਲ। ਮੈਂ ਥੋੜੀ ਇਮੋਸ਼ਨਲ ਹੋ ਜਾਂਦੀ ਹਾਂ, ਦੀਦੀ, ਬਟ ਬੜਾ ਫੀਲ ਹੁੰਦਾ ਜਦੋਂ ਬਜ਼ੁਰਗ ਬੈਠੇ ਨੇ, ਬੱਚੇ ਬੋਲ ਨਹੀਂ ਪਾਉਂਦੇ। ਬਿਲਕੁਲ, ਹਾਂ, ਗੱਲਬਾਤ ਹੀ ਨਹੀਂ ਕਰ ਪਾਉਂਦੇ। ਬਿਲਕੁਲ। ਅਸੀਂ ਉਹ ਲਿੰਕ ਹੀ ਖਤਮ ਕਰਤਾ, ਅਸੀਂ ਉਹ ਇੱਕ ਕੜੀ ਤੋੜਤੀ। ਜੇ ਅੱਜ ਇਹਨਾਂ ਨੂੰ ਅਸੀਂ ਨਹੀਂ ਸਿਖਾਵਾਂਗੇ, ਇਹਨਾਂ ਦੇ ਬੱਚੇ ਤਾਂ ਬਿਲਕੁਲ ਭੁੱਲ ਗਏ। ਅਸੀਂ ਤਾਂ ਬੋਲੀ ਖਤਮ ਕਰਤੀ। ਬਿਲਕੁਲ। ਉਹਨੂੰ ਬੋਲੀ ਨੂੰ ਜਿਉਂਦਾ ਰੱਖਣ ਵਾਸਤੇ ਅਸੀਂ ਕਿਹਾ ਵੀ ਘਰ 'ਚ ਇੱਕ ਰੂਲ ਹੈ ਵੀ ਘਰੇ ਇੰਗਲਿਸ਼ ਦਰਵਾਜ਼ੇ ਤੋਂ ਬਾਹਰ, ਇਹ ਆਪਸ 'ਚ ਵੀ ਬੋਲਣਗੇ, ਪਹਿਲਾਂ ਲੱਗੇ ਬੋਲਣ ਇੰਗਲਿਸ਼ 'ਚ ਗੱਲ ਕਰਨ। ਮੈਂ ਕਿਹਾ ਨਹੀਂ, ਭਾਸ਼ਾ ਹਰੇਕ ਆਉਣੀ ਚਾਹੀਦੀ ਹੈ। ਅਸੀਂ ਇਸ ਮੁਲਕ 'ਚ ਰਹਿੰਦੇ ਹਾਂ, ਸਾਡੀ ਪਹਿਲੀ ਭਾਸ਼ਾ ਹਮੇਸ਼ਾ ਅੰਗਰੇਜ਼ੀ ਰਹੂਗੀ, ਲੇਕਿਨ ਪੰਜਾਬੀ ਨੂੰ ਅਸੀਂ ਆਪਣੇ ਦਿਲ 'ਚ ਵਸਾਈ ਫਿਰਦੇ ਹਾਂ। ਬਿਲਕੁਲ। ਠੀਕ ਹੈ ਜੀ, ਅਤੇ ਉਹਨੂੰ ਅਸੀਂ ਜੀਵਤ ਰੱਖਣਾ ਕਿਵੇਂ? ਪਹਿਲਾਂ ਬੋਲ ਕੇ, ਬੋਲਣੀ, ਸੁਣਨੀ, ਸਮਝਣੀ। ਦੂਸਰਾ, ਜੇ ਉਹ ਨਹੀਂ ਕਰਨਗੇ, ਪਾਠ ਨਾਲ ਕਿਵੇਂ ਜੁੜਨਗੇ? ਬਿਲਕੁਲ। ਇਹ ਗੁਰਮੁਖੀ ਕਿਵੇਂ ਸਮਝਣਗੇ, ਸਿੱਖਣਗੇ? ਪਾਠ ਦਾ ਮਤਲਬ ਕਿਵੇਂ ਸਮਝਣਗੇ? ਬੋਲਣਗੇ ਨਹੀਂ। ਚਲੋ ਅੱਜ ਕੱਲ੍ਹ ਇੰਗਲਿਸ਼ 'ਚ ਵੀ ਗੁੱਟ ਕੇ ਆ ਗਏ, ਦੂਜੀਆਂ ਭਾਸ਼ਾਵਾਂ 'ਚ ਵੀ ਆ ਗਏ, ਪਰ ਜੋ ਗੱਲ ਉਹਦੇ 'ਚ ਬਣਦੀ ਹੈ ਉਹ ਨਹੀਂ, ਮੂਲ ਰੂਪ 'ਚ ਨਹੀਂ ਬਣਦੀ। ਦੂਸਰੀ ਗੱਲ ਹੈ ਜੀ, ਭਾਸ਼ਾ ਸਿਰਫ ਇੱਕ ਜ਼ਰੀਆ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ। ਬਿਲਕੁਲ। ਹੁਣ ਉਸ ਹਿਸਾਬ ਨਾਲ ਤਾਂ ਗੂੰਗੇ ਦਾ IQ 0 ਹੈ। ਜੇ ਭਾਸ਼ਾ ਹੀ ਸਭ ਕੁਝ ਹੁੰਦੀ, ਜੇ ਅੰਗਰੇਜ਼ੀ ਸਭ ਕੁਝ ਹੁੰਦੀ, ਤਾਂ ਗੂੰਗਾ ਤਾਂ ਫਿਰ ਬੇਕਾਰ ਹੈ, ਉਹ ਤਾਂ ਕੁਝ ਬੋਲ ਹੀ ਨਹੀਂ ਸਕਦਾ। ਬਿਲਕੁਲ। ਸੋ ਭਾਸ਼ਾ ਸਿਰਫ ਇੱਕ ਮਾਧਿਅਮ ਹੋਣਾ ਚਾਹੀਦਾ ਤੁਹਾਡੇ ਐਕਸਪ੍ਰੈਸ਼ਨ ਦਾ, ਤੁਹਾਡੇ ਇੰਟੈਲੀਜੈਂਟ ਕੋਸ਼ੈਂਟ ਦਾ ਨਾਪਦੰਡ ਨਹੀਂ ਹੋਣਾ ਚਾਹੀਦਾ। ਇਹ ਜ਼ਰੂਰਤ ਹੈ ਸਾਡੀਆਂ ਮੇਨਲੀ ਮਾਵਾਂ ਨੂੰ ਸਮਝਣ ਦੀ। ਠੀਕ ਹੈ, ਜਿੱਥੇ ਸਾਨੂੰ ਇੰਗਲਿਸ਼ ਜ਼ਰੂਰੀ ਹੈ ਉੱਥੇ ਪੜ੍ਹੋ, ਸਕੂਲਾਂ 'ਚ ਮਾਧਿਅਮ ਇੰਗਲਿਸ਼ ਹੈ, ਅਸੀਂ ਪੜ੍ਹਾਈਏ। ਠੀਕ ਹੈ, ਅਸੀਂ ਵੀ ਕਨਵੈਂਟ 'ਚ ਪੜ੍ਹੇ ਹਾਂ, ਠੀਕ ਹੈ, ਉਹ ਸਾਡੀ ਜ਼ਰੂਰਤ ਹੈ। ਇੱਕ ਗਲੋਬਲ ਭਾਸ਼ਾ ਇੰਗਲਿਸ਼ ਸਾਨੂੰ ਕਰਨੀ ਪੈਣੀ ਹੈ, ਬਟ ਆਪਣੇ ਆਪ ਨੂੰ ਜਿੰਨਾ ਅਸੀਂ ਪੰਜਾਬੀ 'ਚ ਐਕਸਪ੍ਰੈਸ ਕਰ ਸਕਦੇ ਹਾਂ ਨਾ, ਉਹਨਾਂ ਅਸੀਂ ਕਿਸੇ ਹੋਰ ਮਾਂ ਬੋਲੀ 'ਚ ਐਕਸਪ੍ਰੈਸ ਕਰ ਸਕਦੇ, ਕਿਸੇ ਭਾਸ਼ਾ 'ਚ ਨਹੀਂ ਕਰ ਸਕਦੇ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਹੁਣ ਇੱਕ ਮੈਂ ਦੇਖ ਰਹੀ ਹਾਂ ਵੀ ਜਿਵੇਂ ਇਹਨਾਂ ਨੇ ਦਾੜੀ ਰੱਖੀ ਹੋਈ ਆ, ਇਹ ਪੱਗ ਬੰਨ੍ਹਦੇ ਨੇ, ਤੁਹਾਡਾ ਛੋਟਾ ਬੇਟਾ ਵੀ ਨਾਲ ਆਇਆ, ਉਹਦੇ ਵੀ ਕੇਸ ਰੱਖੇ ਹੋਏ ਨੇਗੇ। ਅਜੇਸ਼ਵਰ, ਤੁਸੀਂ ਉਹ ਕੰਟਰੀ 'ਚ ਮਤਲਬ ਰਹਿੰਦੇ ਹੋ ਜਿੱਥੇ ਸਾਡੇ ਵਰਗਾ ਵੀ ਪੂਰੀ ਉਹਦੇ ਹੋਸ਼ੋ ਹਵਾਸ 'ਚ ਵੀ ਜਦੋਂ ਜਾਂਦਾ ਤਾਂ ਸਭ ਤੋਂ ਪਹਿਲਾਂ ਜਾ ਕੇ ਦਿੱਖ ਬਦਲਦੀ ਹੈ। ਈਵਨ ਅਸੀਂ ਇੱਧਰ ਵੀ ਅਸੀਂ ਵਾਲ ਕਟਾਈ ਫਿਰਦੇ ਹਾਂ, ਹੈ ਨਾ, ਸਾਨੂੰ ਲੱਗਦਾ ਕਿ ਨਹੀਂ ਅੱਜ ਦੇ ਸਮੇਂ 'ਚ ਜਾਂ ਅੱਜ ਦੇ ਲੋਕਾਂ ਵਰਗਾ ਸਾਡਾ ਦਿਖਣਾ ਜ਼ਰੂਰੀ ਆ, ਹੈ ਨਾ। ਸੋ ਇਹ ਵਾਲ ਰੱਖਣੇ ਤੁਹਾਡੀ ਚੋਇਸ ਸੀਗੀ ਜਾਂ ਤੁਹਾਨੂੰ ਪੇਰੈਂਟਸ ਵੱਲੋਂ ਕਿਹਾ ਗਿਆ ਕਿ ਨਹੀਂ ਤੁਸੀਂ ਵਾਲ ਰੱਖਣੇ ਨੇ? ਨਹੀਂ, ਮੇਰੀ ਚੋਇਸ ਸੀ, ਛੋਟੀ ਹੁੰਦੀ ਤੋਂ ਮੇਰੀ ਚੋਇਸ ਸੀ। ਹਾਂ।
ਤੇ ਮੈਂ ਛੋਟੇ ਹੁੰਦਾ ਸੀ ਤੇ ਮੈਨੂੰ ਪਹਿਲਾਂ ਮੈਂ ਆਪ ਹੀ ਮੈਨੂੰ ਤਾਂ ਯਾਦ ਨਹੀਂ ਮੇਰੇ, ਮੈਂ ਕਿਹਾ ਸੀ ਮੈਂ ਬਹੁਤ ਗੁਰੇਜ਼ ਕਰਦਾ ਸੀ ਵਾਲ ਕਟਾਉਣ ਤੋਂ। ਅੱਛਾ। ਤੇ 2-3 ਵਾਰੀ ਕਟਾਏ ਛੋਟੇ ਹੁੰਦੇ, ਬਹੁਤ ਛੋਟਾ ਸੀ ਪ੍ਰੀ ਸਕੂਲ ਵੇਲੇ। ਤਾਂ ਕਹਿੰਦੇ ਕਿ ਮੈਂ ਆਪ ਹੀ ਚੀਕਾਂ ਮਾਰਦਾ, ਮੈਨੂੰ ਚਾਕਲੇਟ ਦੇ ਕੇ ਕਰਾਂਗੇ, ਤੈਨੂੰ ਚਾਕਲੇਟ ਦੇ ਕੇ ਵਾਲ ਛੇਤੀ 'ਤੇ ਕੱਟ ਦਿੰਦੇ ਸੀ। ਤੇ ਉਸ ਤੋਂ ਬਾਅਦ ਜਦੋਂ ਮੈਂ ਛੋਟੇ ਪ੍ਰੀ ਸਕੂਲ 'ਚ ਵਾਲ ਲੰਬੇ ਕੀਤੇ ਜਿਵੇਂ ਸੰਜੇ ਦੱਤ ਵਾਂਗੂ ਇੱਥੋਂ ਤੱਕ, ਤਾਂ ਮੈਨੂੰ ਲੋਕ ਉਹ ਕਰਨ ਲੱਗ ਗਏ ਕਿ ਬੱਚੇ ਛੋਟੇ ਵੈਸੇ ਹੀ ਕਰਦੇ ਨੇ, ਉਹਦੇ ਨਹੀਂ ਉਹਨਾਂ ਤੋਂ ਹੋਰ ਪਤਾ ਤਾਂ ਹੁੰਦਾ ਨਹੀਂ, ਬੱਚੇ ਵੈਸੇ ਹੀ ਕਰਨ ਨਾਲ ਲੰਬੇ ਵਾਲ ਲੰਬੇ। ਮੈਂ ਕਿਹਾ ਵਾਲ ਰੱਖਣੇ ਨੇ, ਮੈਂ ਕਿਹਾ ਵਾਲ ਕਟਾ ਲਓ। ਅਤੇ ਉਸ ਟਾਈਮ ਇੰਨਾ ਮਨ ਬਣ ਗਿਆ ਸੀ ਮੰਮੀ ਪਾਪਾ ਦਾ, ਕਹਿੰਦੇ ਵਾਲ ਰੱਖ। ਮੈਂ ਕਿਹਾ ਪਾਪਾ ਨੇ ਰੱਖੇ ਉਸ ਟਾਈਮ 'ਤੇ, ਨਾ ਮਾਮਾ ਜੀ ਨੇ ਰੱਖੇ, ਮੈਂ ਕਿਉਂ ਰੱਖਾਂ। ਅੱਛਾ। ਤਾਂ ਉਸ ਤੋਂ ਬਾਅਦ ਪਾਪਾ ਵੀ ਰੱਖਣ ਲੱਗ ਗਏ ਅਤੇ ਫਿਰ ਉਹ ਤੋਂ ਬਾਅਦ ਮੈਂ ਹੀ ਰੱਖਣ ਲੱਗ ਗਿਆ। ਠੀਕ ਹੈ। ਤੇ ਤੁਹਾਨੂੰ ਕਦੇ ਇੱਦਾਂ ਲੱਗਿਆ ਕਿ ਤੁਹਾਡੇ ਆਪਣੇ ਸਰੂਪ ਕਰਕੇ ਕਿ ਤੁਹਾਨੂੰ ਲੱਗਿਆ ਵੀ ਨਹੀਂ ਮੈਂ ਇਹਨਾਂ ਵਰਗਾ ਨਹੀਂ ਦਿਸਦਾ, ਜਾਂ ਕਦੇ ਦਿਲ 'ਚ ਕੋਈ ਇਹੋ ਜਿਹੀ ਭਾਵਨਾ ਹੀ ਹੋਵੇ ਕਿ ਮੈਂ ਵੀ ਕਲੀਨ ਸ਼ੇਵ ਹੋਣਾ ਚਾਹੀਦਾ, ਮੇਰੇ ਵੀ ਕੇਸ ਕੱਟੇ ਹੋਣੇ ਚਾਹੀਦੇ ਨੇ, ਕਿਉਂਕਿ ਤੁਹਾਡੇ ਚਾਰੇ ਪਾਸੇ ਇਹੋ ਜਿਹਾ ਮਾਹੌਲ ਬਣਿਆ ਹੁੰਦਾ? ਨਹੀਂ, ਪ੍ਰਾਇਮਰੀ ਸਕੂਲ 'ਚ 6ਵੀਂ ਤੱਕ ਥੋੜ੍ਹਾ ਸੀ, ਉਦੋਂ ਕਿੰਗਸ ਆ, 7ਵੀਂ 'ਚ ਸਾਰੇ ਉੱਥੇ ਵਧੀਆ ਪਰਿਵਾਰਾਂ ਦੇ ਵਧੀਆ ਕਿ ਵਧੀਆ ਸਮਝਦਾਰ ਬੱਚੇ ਸੀ, ਤਾਂ ਉਸ ਤੋਂ ਬਾਅਦ ਜ਼ਿਆਦਾ ਨਹੀਂ ਹੋਇਆ। ਠੀਕ ਹੈ। ਮੈਂ ਇਕੱਲਾ ਹੀ ਸੀ ਉੱਥੇ, ਮਤਲਬ ਕਿ ਪੱਗ ਵਾਲਾ ਕਿੰਗਸ 'ਚ, ਪਰ ਵਧੀਆ ਦੋਸਤ ਸੀ, ਤਾਂ ਕੋਈ ਜ਼ਿਆਦਾ ਫਰਕ ਪਿਆ ਨਹੀਂ ਮੈਨੂੰ। ਠੀਕ ਹੈ। ਦੂਜੇ ਨੂੰ ਮੈਨੂੰ ਲੱਗਦਾ ਫਰਕ ਪੈਂਦਾ ਕਾਫੀਆਂ ਨੂੰ ਦੂਜੇ ਸਕੂਲਾਂ 'ਚ, ਪਰ ਮੈਨੂੰ ਜ਼ਿਆਦਾ ਪਿਆ ਨਹੀਂ ਮੇਰੇ ਸਕੂਲ 'ਚ। ਅੱਛਾ। ਹਾਂਜੀ। ਇੱਕ ਨਾ ਜੀ ਆਪਣੇ ਇਹ ਵੀ ਇੱਕ ਮਿੱਥ ਬਣਾ ਰੱਖਿਆ ਆਪਣੇ ਵੀ ਜਿਹੜੇ ਬਾਹਰ ਜਾਂਦੇ ਆ ਜੇ ਉਹਨਾਂ ਨੂੰ ਵਾਲ ਕਟਾਉਣਾ ਤੇ ਕਟਾਉਣੇ ਪੈਣਗੇ, ਮਜਬੂਰੀ ਬਸ ਕਟਾਉਣੇ ਪੈਂਦੇ ਆ। ਜਿਹੜੇ ਗੋਰੇ ਨੇ ਨਾ ਜੀ, ਜਿਹੜੇ ਅਸਲ 'ਚ ਹੈਗੇ ਨੇ, ਇਹ ਐਕਸਕਿਊਜ਼ ਹੀ ਹੈ ਇੱਕ। ਉਹ ਬਲਕਿ ਜੇ ਤੁਸੀਂ ਆਪਣੇ ਰਿਲੀਜਨ ਨੂੰ ਫੋਲੋ ਕਰਦੇ ਹੋ ਨਾ, ਇੱਕ ਤੁਸੀਂ ਆਪਣੇ ਸਰੂਪ 'ਚ ਰਹਿੰਦੇ ਹੋ, ਥੋੜ੍ਹੀ ਜ਼ਿਆਦਾ ਰਿਸਪੈਕਟ ਕਰਦੇ ਨੇ। ਹਾਂਜੀ, ਬਿਲਕੁਲ। ਉਹ ਹੁਣ ਤੁਹਾਨੂੰ ਜਿਵੇਂ ਇਹਨਾਂ ਦੇ 8ਵੀਂ 9ਵੀਂ 'ਚ ਇੱਕ ਕੈਂਪ 'ਤੇ ਜਾਣਾ ਸੀ, ਆਰਮੀ ਸਰਜੈਂਟ ਇਹਨਾਂ ਦਾ ਜਿਹੜਾ ਹੈਗਾ ਉਹ ਹੈੱਡ ਹੈ। ਅੱਛਾ। ਉਹਨੇ ਸਭ ਨੂੰ ਕਿਹਾ ਵੀ ਕੱਲ੍ਹ ਨੂੰ ਬॉयਜ਼ ਜਿਹੜੇ ਟਿਪ ਟੂ ਟੌਪ ਹੋਣੇ ਚਾਹੀਦੇ, ਸਭ ਦੇ ਸ਼ੇਵ ਕੀਤੀ ਹੋਣੀ ਚਾਹੀਦੀ ਹੈ, ਸਾਰੇ ਰੈਡੀ ਹੋਣੇ ਚਾਹੀਦੇ, ਕਹਿੰਦੇ ਐਕਸਕਲੂਡਿੰਗ ਅਜੇਸ਼ਵਰ। ਅੱਛਾ। ਉਹਨੇ ਸਾਰੇ ਸਕੂਲ ਦੇ ਸਾਹਮਣੇ ਇਹ ਗੱਲ ਕਹੀ ਹਾਂ ਵੀ ਸਭ ਦੀ ਗੱਲ ਨੂੰ ਸ਼ੇਵ ਹੋਣੀ ਚਾਹੀਦੀ ਹੈ, ਕਲੀਨ ਹੋਣਾ ਚਾਹੀਦਾ। ਉਦੋਂ ਤਾਂ ਬਲਕਿ ਇਹਦੀ ਦਾੜੀ ਆਈ ਵੀ ਨਹੀਂ ਸੀ, ਕਹਿੰਦੇ ਐਕਸਕਲੂਡਿੰਗ ਅਜੇਸ਼ਵਰ। ਹਾਂ। ਔਰ ਉਹ ਤੁਹਾਡੀ ਇੰਨੀ ਰਿਸਪੈਕਟ ਕਰਦੇ ਆ ਇਸ ਗੱਲ 'ਤੇ ਵੀ ਉਹਨਾਂ ਨੂੰ ਵੀ ਪਤਾ ਹੈ। ਫਿਰ ਉਹ ਕਿਤਾਬ ਖੋਲ੍ਹਦੇ ਆ, ਫਿਰ ਉਹ ਦੇਖਦੇ ਨੇ ਵੀ ਐਕਚੁਅਲੀ ਸਿੱਖਿਜ਼ਮ ਹੈ ਕੀ, ਤੁਸੀਂ ਫੋਲੋ ਕਿਵੇਂ ਕਰਦੇ ਹੋ। ਉਹ ਬੜੀ ਥੋੜੀ ਇਸ ਗੱਲ ਦੀ ਰਿਸਪੈਕਟ ਕਰਦੇ ਜੇ ਤੁਸੀਂ ਸੀਰੀਅਸਲੀ ਉਸ ਇਸ਼ੂ ਨੂੰ ਫੋਲੋ ਕਰਦੇ ਹੋ। ਬਿਲਕੁਲ ਸਹੀ ਗੱਲ ਆ। ਤੇ ਪੱਗ ਤਾਂ ਖੈਰ ਆਪਣੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਚਾਣ ਹੀ ਇਸ ਪਿੱਛੇ ਬਣਾਈ ਹੈ ਵੀ ਲੱਖਾਂ 'ਚ ਪਛਾਣਿਆ ਜਾਵੇ ਖੜ ਕੇ। ਬਿਲਕੁਲ ਸਹੀ। ਤੇ ਕਦੇ ਅਸੀਂ ਇਹਨੂੰ ਫੋਰਸ ਨਹੀਂ ਕੀਤਾ, ਇਹ ਨਹੀਂ ਬਾਈ ਚੋਇਸ ਕੀਤੀ, ਬਿਕੋਜ਼ ਜੇ ਤੁਸੀਂ ਕੋਈ ਚੀਜ਼ ਨੂੰ ਫੋਰਸ ਕਰੋਗੇ ਨਾ ਤਾਂ ਉਹ ਫੋਰਸਫੁਲੀ ਰਹਿ ਜਾਏਗਾ, ਕਿਤੇ ਨਾ ਕਿਤੇ ਜਾ ਕੇ ਫਿਰ ਉਹ ਆਪਣੀ ਮਰਜ਼ੀ ਕਰੂਗਾ ਹੀ ਕਰੂਗਾ। ਇਹਨੇ ਆਪਣੀਆਂ ਜੜ੍ਹਾਂ ਨਾਲ ਜੁੜਨਾ ਪਸੰਦ ਕੀਤਾ, ਇਹਨੇ ਦਸਤਾਰ ਸਜਾਉਣੀ ਪਸੰਦ ਕੀਤੀ। ਹੁਣੀ ਅਸੀਂ ਇਹਦਾ 18ਵਾਂ ਜਨਮ ਦਿਨ ਮਨਾਇਆ ਜੀ, ਤੇ ਅਸੀਂ ਦਸਤਾਰਬੰਦੀ ਕੀਤੀ ਹੈ। ਆਪਣੇ ਲੋਕ ਇਸ ਫੰਕਸ਼ਨ ਨੂੰ ਜਾਂ ਇਸ ਰਸਮ ਨੂੰ ਹੀ ਭੁੱਲਦੇ ਜਾ ਰਹੇ ਨੇ ਵੀ ਦਸਤਾਰਬੰਦੀ ਵੀ ਕੋਈ ਰਸਮ ਹੁੰਦੀ ਹੈ। ਬਹੁਤ ਸਾਰੇ ਸਾਡੇ ਆਪਣਿਆਂ ਨੇ ਪੁੱਛਿਆ ਵੀ ਇਹ ਆਪਣੇ 'ਚ ਕਦੋਂ ਤੋਂ ਹੁੰਦਾ, ਕਿ ਤੁਸੀਂ ਕਦੇ ਸੋਚਿਆ ਹੀ ਨਹੀਂ, ਆਪਣੇ ਵੀ ਬਹੁਤ ਚਿਰ ਤੋਂ ਹੁੰਦਾ ਹੈ ਜੀ। ਬਿਲਕੁਲ। ਇਹ ਆਪਣਾ ਇੱਕ ਫੰਕਸ਼ਨ ਹੈ ਵੀ ਜਦੋਂ ਜਵਾਨ ਬੱਚਾ ਪੱਗ ਬੰਨਣ ਦੇ ਕਾਬਿਲ ਹੋ ਜਾਏ ਉਹਦੀ ਦਸਤਾਰਬੰਦੀ ਹੁੰਦੀ ਹੈ। ਬਿਲਕੁਲ। ਹਾਂਜੀ। ਅਸੀਂ ਥੋੜਾ ਜਿਹਾ ਕੋਵਿਡ ਕਰਕੇ ਡਿਲੇ ਹੋ ਗਿਆ, ਤਾਂ ਕਰਕੇ ਅਸੀਂ ਸੋਚਿਆ ਵੀ ਚਲੋ 18ਵੇਂ ਜਨਮ ਦਿਨ ਤੇ ਨਾਲੇ ਦਾ 18ਵਾਂ ਮਨਾਇਆ ਜਾਵੇ। ਬਾਬਾ ਜੀ ਦੇ ਪਾਠ ਦੇ ਭੋਗ ਪਾਏ ਐਂਡ ਦਸਤਾਰਬੰਦੀ ਕਰਾਈ। ਮੈਂ ਹਰ ਸਾਲ ਇਹਦੇ ਜਨਮ ਦਿਨ ਤੇ ਪਾਠ ਆਪਣਾ ਸਹਿਜ ਪਾਠ ਕਰਦੀ ਹਾਂ ਸਾਰਾ ਸਾਲ, ਤੇ ਉਸ ਦਿਨ ਭੋਗ ਪਾਉਂਦੀ ਹਾਂ ਸਾਰੇ ਸਾਲ। ਮਤਲਬ ਇਹਦੇ ਜਨਮ ਦਿਨ ਨੂੰ ਲੈ ਕੇ ਸ਼ੁਰੂ ਕਰ ਲੈਂਦੇ, ਹੌਲੀ ਹੌਲੀ ਜਿਵੇਂ ਹੁੰਦਾ ਉਵੇਂ ਕਰਦੇ ਰਹਿੰਦੇ ਆ। ਉਸ ਹਿਸਾਬ ਨਾਲ ਬੱਚੇ ਬਾਣੀ ਨਾਲ ਵੀ ਜੁੜਦੇ ਨੇ, ਗੱਲ ਕਰਦੇ ਨੇ, ਸੁਣਦੇ ਨੇ। ਉਹ ਫਿਰ ਉਹਨਾਂ 'ਚ ਆਪਣੇ ਆਪ ਹੀ ਅੰਦਰ ਤੋਂ ਇੱਕ ਬਣਦੀ ਹੈ, ਤੀਵਰਤਾ ਬਣਦੀ ਹੈ ਕਿ ਨਹੀਂ ਅਸੀਂ ਵੀ ਜੁੜਨਾ, ਅਸੀਂ ਵੀ ਕਰਨਾ। ਬਿਲਕੁਲ। ਕਦੇ ਤੁਹਾਨੂੰ ਭੈਣ ਜੀ ਇਹ ਨਹੀਂ ਲੱਗਿਆ ਕਿ ਜਿਵੇਂ ਹੁਣ ਆਪਣੇ ਪਰਿਵਾਰਾਂ 'ਚ ਵੀ ਬੜੇ ਲੋਕ ਰਹਿੰਦੇ ਨੇਗੇ ਬਾਹਰ, ਜਾਂ ਖੁਦ ਵੀ ਜਾ ਕੇ ਆਈਦਾ, ਤਾਂ ਉਹ ਕਹਿੰਦੇ ਨੇ ਕਿ ਵਾਲ ਸੰਭਾਲਣੇ ਬਹੁਤ ਔਖੇ ਨੇਗੇ ਇੱਧਰ, ਹੈ ਨਾ। ਕਈ ਇਹ ਵੀ ਕਹਿ ਦਿੰਦੇ ਨੇ ਕਿ ਇੱਥੇ ਸੁੱਕਦੇ ਨਹੀਂ ਹੈਗੇ, ਹਾਲਾਂਕਿ ਸਾਡੇ ਕੋਲ ਹੇਅਰ ਡਰਾਇਰਸ ਹੈਗੇ ਨੇਗੇ। ਤਾਂ ਉਹ ਕਹਿੰਦੇ ਕਿ ਕੰਮ ਤੇ ਜਾਣਾ ਹੁੰਦਾ, ਪੱਗ ਬੰਨਣ ਨੂੰ ਟਾਈਮ ਲੱਗ ਜਾਂਦਾ। ਉਹ ਫਿਰ ਜਿਹੜੀ ਚੀਜ਼ ਸੌਖੀ ਲੱਗਦੀ ਆਪਾਂ ਉਹਨੂੰ ਕਹਿ ਦਿੰਦੇ ਨਾ ਵੀ ਸੌਖਾ ਹੈ, ਚਲੋ ਜੀ ਵਾਲ ਕਟਾਏ ਸੌਖੇ ਤੇ ਕਰ ਲਓ। ਥੋੜੀ ਮਿਹਨਤ ਕਰਨੀ ਪੈਣੀ ਨੇ, ਮਾਵਾਂ ਨੂੰ ਵੀ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਵੀ ਕਰਨੀ ਪੈਣੀ ਹੈ। ਬਾਕੀ ਹੁਣ ਜਿਵੇਂ ਇਹਦੇ ਫਾਦਰ ਸਾਹਿਬ ਨੇ, ਉਹ ਐਗਜ਼ਾਮਪਲ ਨੇ ਇਹਨਾਂ ਦੇ ਸਾਹਮਣੇ, ਉਹ ਦਾੜਾ ਪ੍ਰਕਾਸ਼ ਕਰਦੇ ਨੇ, ਪੱਗ ਬੰਨ੍ਹਦੇ ਨੇ। ਫਿਰ ਉਹ ਜਿਵੇਂ ਬੱਚਾ ਆਪਣੇ ਘਰ 'ਚ ਆਪਣੇ ਮਾਹੌਲ ਨੂੰ ਦੇਖਦਾ ਹੈ, ਬਿਲਕੁਲ ਉਵੇਂ ਬਣਨਾ ਚਾਹੁੰਦਾ ਹੈ। ਪੁੱਤ ਜਿਹੜਾ ਆਪਣੇ ਪਿਓ ਨੂੰ ਹੀ ਫੋਲੋ ਕਰੂਗਾ ਨਾ, ਉਹਦੇ ਨਕਸ਼ੇ ਕਦਮ ਤੇ ਤੁਰੂਗਾ, ਤਾਂ ਇੱਕੋ ਮਾਹੌਲ ਤੁਹਾਨੂੰ ਪਹਿਲਾਂ ਦੇਣਾ ਪਊਗਾ, ਮਾਵਾਂ ਨੂੰ ਦੇਣਾ ਪਊਗਾ, ਫਾਦਰ ਨੂੰ ਦੇਣਾ ਪਊਗਾ, ਫਿਰ ਤੁਹਾਡੇ ਬੱਚੇ ਉਸ ਲਾਈਨ ਤੇ ਤੁਰਨਗੇ। ਤੁਹਾਨੂੰ ਆਪ ਐਗਜ਼ਾਮਪਲ ਸੈੱਟ ਕਰਨੀ ਪਊਗੀ। ਬਿਲਕੁਲ ਸਹੀ ਗੱਲ ਆ। ਹੁਣ ਮੇਰੀ ਬੇਟੀ ਆ, ਬੜੀ ਛੋਟੀ ਆ ਹਲੇ, ਜਿਵੇਂ ਉਹਦੇ ਵਾਲ ਨਹੀਂ ਮੈਂ ਕਟਾਏ ਹਲੇ ਤੱਕ, ਗੁੱਤਾਂ ਕਰਦੀ ਆ, ਹੈ ਨਾ।
ਤਾਂ ਮੈਨੂੰ ਉਮੀਦ ਸੀਗੀ, ਮੈਂ ਆਪਣੇ ਆਪ ਨੂੰ ਤਿਆਰ ਕੀਤਾ ਹੋਇਆ ਸੀ ਵੀ ਇੱਕ ਦਿਨ ਜਦੋਂ ਇਹਨੂੰ ਸਮਝ ਆ ਗਈ ਇਸ ਚੀਜ਼ ਨੂੰ ਕਹੂਗੀ, ਜੇ ਕਿਤੇ ਉਹ ਮਤਲਬ ਉਹਦੇ ਵਾਲ ਵਾਹੁਣ ਲੱਗੂ ਕਹੂਗੀ ਮੰਮਾ ਵਾਂਗੂ ਪੋਨੀ ਕਰ ਦਿਓ ਹਨਾ। ਤਾਂ ਉੱਥੇ ਮੈਨੂੰ ਲੱਗਿਆ ਕਿ ਹੁਣ ਇਹਦੇ ਜੇ ਮੈਂ ਵਾਲ ਰੱਖਣੇ ਨੇ ਤਾਂ ਮੈਨੂੰ ਵੀ ਆਪਣੇ ਵਾਲ ਵਧਾਉਣੇ ਪੈਣੇ ਨੇਗੇ, ਜੀ। ਕਿਉਂਕਿ ਜੇ ਤੁਸੀਂ ਬੱਚਿਆਂ ਲਈ ਐਗਜ਼ਾਮਪਲ ਬਣੋਗੇ ਤਾਂ ਹੀ ਉਹਨਾਂ ਨੇ ਤੁਹਾਨੂੰ ਫੋਲੋ ਕਰਨਾ। ਇਹ ਨਹੀਂ ਹੈਗਾ ਕਿ ਮੈਂ ਵਾਲ ਕਟਾਏ ਨੇ ਤੇ ਮੈਂ ਆਪਣੀ ਬੇਟੀ ਨੂੰ ਕਹਾਂ ਕਿ ਤੁਸੀਂ ਗੁੱਤਾਂ ਕਰੋ ਬਿਲਕੁਲ। ਹੈ ਨਾ। ਤੇ ਅਜੇਸ਼ਵਰ ਤੁਸੀਂ ਹੁਣ ਪੰਜਾਬ ਆਏ ਹੋ 3 ਸਾਲਾਂ ਬਾਅਦ ਹੈ ਨਾ, ਪੰਜਾਬ ਆ ਕੇ ਤੁਹਾਨੂੰ ਕਿਵੇਂ ਲੱਗਿਆ ਕਿ ਜਿਵੇਂ ਤੁਸੀਂ ਉੱਧਰ ਰਹਿ ਕੇ ਪੰਜਾਬੀ ਸਿੱਖਣ ਦੇ ਲਈ ਇੰਨੇ ਚਾਹਵਾਨ ਹੋ ਜਾਂ ਪੰਜਾਬੀ ਬੋਲਦੇ ਹੋ, ਜਾਂ ਘਰੇ ਤੁਹਾਡੇ ਇਹ ਚੀਜ਼ਾਂ ਹੈਗੀਆਂ ਨੇ ਕਿ ਨਹੀਂ ਠੀਕ ਹੈ ਸਕੂਲ ਬੋਲਣੀ ਆ ਉੱਥੇ ਜ਼ਰੂਰੀ ਆ, ਪਰ ਘਰੇ ਆਪਾਂ ਸਾਰਿਆਂ ਨੂੰ ਪੰਜਾਬੀ ਆਉਂਦੀ ਹੈ, ਘਰੇ ਆਪਾਂ ਪੰਜਾਬੀ ਬੋਲਣੀ ਹੈ ਨਾ। ਤੇ ਜਦੋਂ ਤੁਸੀਂ ਇੱਧਰ ਆਏ ਪੰਜਾਬ 'ਚ ਆਏ ਹੋ, ਤੁਸੀਂ ਬੜੇ ਸਾਰੇ ਲੋਕਾਂ ਨੂੰ ਮਿਲੇ ਹੋਣੇ ਆ, ਇੱਥੇ ਆ ਕੇ ਤੁਸੀਂ ਕੀ ਐਕਸਪੀਰੀਅੰਸ ਕੀਤਾ ਕਿ ਪੰਜਾਬੀ ਨੂੰ ਲੈ ਕੇ ਲੋਕੀ ਹੈਗੇ ਨੇ ਜਾਗਰੂਕ? ਥੋੜਾ ਗਰੇਜ਼ ਕਰਦੇ ਨੇ ਇੱਥੇ, ਜਿਵੇਂ ਉੱਥੇ ਤਾਂ ਸਾਰੇ ਅੰਗਰੇਜ਼ੀ ਬੋਲਦੇ ਨੇ, ਮਤਲਬ ਥੱਲੇ ਤੋਂ ਲੈ ਕੇ ਉੱਪਰ ਤੱਕ ਕੋਈ ਫਰਕ ਨਹੀਂ ਪੈਂਦਾ। ਅੰਗਰੇਜ਼ੀ ਤਾਂ ਉਹਨਾਂ ਦਾ ਮਾਧਿਅਮ ਆ, ਲੋਕ ਅੰਗਰੇਜ਼ੀ ਬੋਲਦੇ ਨੇ। ਉਹ ਕੋਈ ਐ ਨਹੀਂ ਕਿ ਤੁਸੀਂ ਅੰਗਰੇਜ਼ੀ ਬੋਲੋਗੇ ਆਸਟ੍ਰੇਲੀਆ ਤੁਹਾਨੂੰ ਸਮਝਣਗੇ ਤੁਸੀਂ ਬਹੁਤ ਸਮਾਰਟ ਹੋ, ਤੁਸੀਂ ਨੋਰਮਲ ਬੰਦੇ ਹੋ। ਉੱਥੇ ਅੰਗਰੇਜ਼ੀ ਸਾਰੇ ਬੋਲਦੇ ਨੇ। ਅਤੇ ਉਸ ਹਿਸਾਬ ਨਾਲ ਇੱਥੇ ਮੈਂ ਕਿਸੇ ਘਰੇ ਗਏ, ਬੱਚਾ ਹਿੰਦੀ 'ਚ ਬੋਲੀ ਜਾਂਦਾ, ਕੋਈ ਇੰਗਲਿਸ਼ 'ਚ ਬੋਲੀ ਜਾਂਦਾ, ਪੰਜਾਬੀ 'ਤੇ ਘੱਟ ਬੋਲਦੇ ਨੇ, ਸਮਝਦੇ ਨਹੀਂ ਤੁਸੀਂ ਅਨਪੜ੍ਹ ਹੋ ਪੰਜਾਬੀ ਬੋਲਣ ਕਰਕੇ। ਪਰ ਉਹ ਇੱਥੇ ਹੈ ਨਹੀਂ ਚੀਜ਼, ਉੱਥੇ ਜ਼ਿਆਦਾ ਦਿੰਦੇ ਨਹੀਂ, ਮਤਲਬ ਸਿਗਨੀਫੀਕੈਂਸ ਦਿੰਦੇ ਉੱਥੇ ਜ਼ਿਆਦਾ ਅੰਗਰੇਜ਼ੀ ਬੋਲਣ ਨੂੰ। ਸਾਰੇ ਬੋਲਦੇ ਨੇ ਉੱਥੇ। ਹਾਂਜੀ ਉਹੀ ਬਸ। ਬਿਲਕੁਲ। ਪਿੱਛੇ ਜੇ ਮਤਲਬ ਕੋਈ ਜੋੜਾ ਆਇਆ ਤੇ ਉਹ ਅਮਰੀਕਾ ਰਹਿੰਦੇ ਨੇ ਤੇ ਉਹਨਾਂ ਦੀ ਬੇਟੀ ਆਈ ਨਾਲ 2.5 ਸਾਲ ਦੀ ਸੀ ਤੇ ਉਹ ਬਹੁਤ ਸੋਹਣੀ ਉਹ ਪੰਜਾਬੀ ਬੋਲੇ। ਮੈਂ ਕਿਹਾ ਵੀ ਇਹਦੀ ਪੰਜਾਬੀ ਬੜੀ ਸੋਹਣੀ ਆ, ਤੇ ਉਹ ਹੱਸ ਪਏ, ਕਹਿੰਦੇ ਤੁਸੀਂ ਪਹਿਲੇ ਹੋ ਜਿਨ੍ਹਾਂ ਨੇ ਕਿਹਾ ਕਿ ਇਹਦੀ ਪੰਜਾਬੀ ਸੋਹਣੀ ਆ। ਕਹਿੰਦੇ ਨਹੀਂ ਤਾਂ ਇੱਧਰ ਪੰਜਾਬ ਦੇ ਲੋਕਾਂ ਨੂੰ ਇਹੀ ਬਹੁਤ ਹੈਰਾਨੀ ਸੀ ਵੀ ਇਹ ਤਾਂ ਅਮਰੀਕਾ ਤੋਂ ਆਈ ਹੈ, ਇਹ ਅੰਗਰੇਜ਼ੀ ਕਾਹਤੇ ਨਹੀਂ ਬੋਲਦੇ। ਇਹੀ ਪਿਛਲੀ ਵਾਰ ਜਦੋਂ ਅਸੀਂ ਆਏ, ਇਹ ਛੋਟਾ ਸੀ, 5 ਸਾਲ ਪਹਿਲਾਂ ਦੀ ਗੱਲ ਹੈ, ਅਸੀਂ ਪਿੰਡ ਗਏ ਤੇ ਇਹ ਜਿਵੇਂ ਪਿੰਡ 'ਚ ਪੰਜਾਬੀ ਬੋਲਦੇ ਸਾਰੀ ਉਵੇਂ ਪੰਜਾਬੀ ਨਾਰਮਲ ਬੋਲੀ ਗਿਆ। ਉਹਨਾਂ 'ਚ ਇੱਕ ਜਣਾ ਕਹਿੰਦਾ ਸਾਨੂੰ ਅੰਗਰੇਜ਼ੀ ਤਾਂ ਬੋਲ ਕੇ ਦਿਖਾ ਦੇ, ਸਾਨੂੰ ਲੱਗੇ ਤੂੰ ਬਾਹਰੋਂ ਆਇਆ। ਉਹੀ ਗੱਲ ਹੋ ਗਈ, ਕਹਿੰਦਾ ਸਾਨੂੰ ਅੰਗਰੇਜ਼ੀ ਤਾਂ ਬੋਲ ਕੇ ਦਿਖਾ ਦੇ, ਸਾਨੂੰ ਲੱਗੇ ਤਾਂ ਸਹੀ ਵੀ ਤੂੰ ਬਾਹਰੋਂ ਆਇਆ। ਬਿਲਕੁਲ ਸਹੀ ਗੱਲ ਆ। ਸੋ ਇੱਥੇ ਅੰਗਰੇਜ਼ੀ ਨੂੰ ਇੱਕ ਜੋੜ ਦਿੱਤਾ ਜਾਂਦਾ ਵੀ ਅੰਗਰੇਜ਼ੀ ਮੀਨਸ ਬਾਹਰਲਾ। ਉਹ ਇੱਕ ਚੇਂਜ ਕਰਨੀ ਹੈ ਚੀਜ਼ ਆਪਾਂ ਵੀ। ਅੰਗਰੇਜ਼ੀ ਤਾਂ ਉੱਥੇ ਹੁਣ ਚਲੋ ਮੈਂ ਕਿਸੇ ਦਾ ਉਹ ਨਹੀਂ ਕਰਨਾ ਚਾਹੁੰਦੀ, ਥੱਲੇ ਤੋਂ ਲੈ ਕੇ ਉੱਤੇ ਤੱਕ ਸਾਰੇ ਅੰਗਰੇਜ਼ੀ ਬੋਲਦੇ, ਚਾਹੇ ਉਹ ਪ੍ਰਾਈਮ ਮਿਨਿਸਟਰ ਹੈ ਤੇ ਚਾਹੇ ਉਹ ਕੋਈ ਹੋਰ ਆਫਿਸ 'ਚ ਕੰਮ ਕਰਨ ਵਾਲਾ ਹੈ ਜਾਂ ਕੋਈ ਵੀ ਉਹਨੂੰ ਥੱਲੇ ਉੱਤੇ ਕੋਈ ਵੀ ਸਟਾਫ ਹੈ। ਉਹ ਤਾਂ ਇੱਕ ਉਹਨਾਂ ਦਾ ਜ਼ਰੀਆ ਹੈ ਬੋਲਣ ਦਾ, ਉਹਦੇ ਨਾਲ ਕੋਈ ਉਹਦਾ ਅਹੁਦਾ ਨਹੀਂ ਬਦਲ ਜਾਂਦਾ ਇੰਗਲਿਸ਼ ਬੋਲਣ ਨਾਲ। ਇਹ ਆਪਾਂ ਨੂੰ ਚੀਜ਼ ਜ਼ਰੂਰੀ ਹੈ ਸਮਝਣੀ। ਬਿਲਕੁਲ। ਅਸੀਂ ਤਾਂ ਹੁਣ ਇੱਥੇ ਹੀ ਰਹਿੰਦੇ ਹਾਂ, ਕਈ ਵਾਰੀ ਚੀਜ਼ਾਂ ਉਨੀਆਂ ਮਹਿਸੂਸ ਵੀ ਨਹੀਂ ਹੁੰਦੀਆਂ ਹੈਗੀਆਂ, ਪਰ ਜਿਵੇਂ ਚਲੋ ਅਜੇਸ਼ਵਰ ਉਹਨਾਂ ਦਾ ਇੱਕ ਆਪਣਾ ਐਕਸਪੀਰੀਅੰਸ ਆ। ਭੈਣ ਜੀ ਤੁਹਾਡਾ ਕੀ ਐਕਸਪੀਰੀਅੰਸ ਰਿਹਾ 3 ਸਾਲਾਂ ਬਾਅਦ ਪੰਜਾਬ ਆ ਕੇ, ਬੋਲੀ ਨੂੰ ਲੈ ਕੇ ਖਾਸ ਤੌਰ ਤੇ? ਬਹੁਤ ਡਿਫਰੈਂਸ ਹੈ ਜੀ, ਬਹੁਤ ਡਿਫਰੈਂਸ ਹੈ। ਉਹੀ ਗੱਲ ਵੀ ਜਿਹੜਾ ਬੰਦਾ ਪੰਜਾਬੀ ਬੋਲਦਾ ਉਹਨੂੰ ਤਾਂ ਲੱਗਦਾ ਇਹ ਤਾਂ ਦੇਸੀ ਹੈ। ਵੀ ਪੰਜਾਬੀ ਨੂੰ ਇੱਕ ਭਾਸ਼ਾ ਨੂੰ ਇੱਕ ਸਟੇਟਸ ਸਿੰਬਲ ਸਮਝਿਆ ਜਾਣ ਲੱਗ ਗਿਆ। ਵੀ ਜੇ ਤੁਸੀਂ ਇੰਗਲਿਸ਼ ਬੋਲੋਗੇ ਜਾਂ ਹਿੰਦੀ ਬੋਲੋਗੇ ਜਾਂ ਕੋਈ ਵੀ ABC XYZ ਪੰਜਾਬੀ ਛੱਡ ਕੇ ਹੋਰ ਕੋਈ ਵੀ ਭਾਸ਼ਾ ਬੋਲੋਗੇ ਤਾਂ ਮਤਲਬ ਤੁਹਾਡਾ ਸਟੇਟਸ ਹਾਈ ਹੋ ਗਿਆ। ਬਿਲਕੁਲ। ਪੰਜਾਬੀ ਬੋਲੋਗੇ ਤਾਂ ਤੁਸੀਂ ਦੇਸੀ ਹੋ, ਤੁਸੀਂ ਪੇਂਡੂ ਹੋ। ਇਹ ਮੈਨੂੰ ਨਹੀਂ ਪਤਾ ਇਹ ਕਿੱਥੋਂ ਚੱਲੀ ਹੈ ਇਹ ਚੱਲਣ, ਬਟ ਇਹ ਬਹੁਤ ਦੁੱਖ ਲੱਗਦਾ। ਬਿਲਕੁਲ ਸਹੀ। ਇਹਨੇ ਕਿਸੇ ਦੇ ਘਰੇ ਜਾ ਕੇ, ਪੰਜਾਬੀ ਫੈਮਿਲੀ ਦੇ ਘਰੇ ਜਾ ਕੇ ਕਹਿੰਦਾ ਮੈਂ ਗੰਢਾ ਲੈ ਲਾਂ, ਉਹਨਾਂ ਨੂੰ ਗੰਢੇ ਦਾ ਮਤਲਬ ਨਹੀਂ ਪਤਾ ਲੱਗਿਆ ਵੀ ਗੰਢਾ ਕੀ। ਤਾਂ ਇਹ ਮੇਰੇ ਮੂੰਹ ਵੱਲ ਦੇਖਣ ਲੱਗ ਗਿਆ। ਇਹਨੇ ਇੰਗਲਿਸ਼ ਪੜ੍ਹਿਆ, ਕੈਨ ਆਈ ਹੈਵ ਸਮ ਅਨੀਅਨਸ? ਓ ਯੈਸ ਯੈਸ। ਅੱਛਾ। ਸੋ ਇਹ ਸ਼ਾਇਦ ਬੋਲਣਾ ਨਹੀਂ ਚਾਹੁੰਦਾ ਸੀ, ਲਿਆਉਣਾ ਨਹੀਂ ਚਾਹੁੰਦਾ ਸੀ ਕਨਵਰਸੇਸ਼ਨ 'ਚ, ਪਰ ਇਹ ਸਾਡੇ ਨਾਲ ਹੁਣ ਹੋਈ ਹੈ ਜੀ। ਅੱਜ ਥੋੜ੍ਹੇ ਦਿਨ ਪਹਿਲਾਂ ਗੱਲ ਹੋਈ ਹੈ, ਅਸੀਂ ਗਏ ਤੇ ਇਹਨੇ ਗੰਢਾ ਮੰਗ ਲਿਆ, ਤੁਹਾਨੂੰ ਗੰਢਾ ਨਹੀਂ ਪਤਾ। ਬਿਲਕੁਲ। ਸੋ ਇਹ ਤਰਾਸਦੀ ਹੈ ਸਾਡੀ। ਇੰਗਲਿਸ਼ 'ਚ ਬੋਲਿਆ ਤਾਂ ਸਮਝ ਆ ਗਿਆ, ਪੰਜਾਬੀ 'ਚ ਗੰਢਾ ਸਮਝ ਨਹੀਂ ਆਇਆ। ਪੰਜਾਬੀ ਫੈਮਿਲੀ ਹੈ। ਬਿਲਕੁਲ ਸਹੀ ਗੱਲ ਆ। ਅੱਛਾ, ਤੁਸੀਂ ਇਹਨਾਂ ਦੀ ਪੰਜਾਬੀ ਲਰਨਿੰਗ ਜਾਂ ਪੰਜਾਬੀ ਦੀ ਟ੍ਰੇਨਿੰਗ ਕਿੱਦਾਂ ਸ਼ੁਰੂ ਕੀਤੀ ਸੀਗੀ ਕਿ ਮੈਂ ਇੱਥੋਂ ਸ਼ੁਰੂ ਕਰ ਸਕਦੀ? ਹੁਣ ਜਿਹੜੇ ਬੱਚੇ ਨੇ 10ਵੀਂ ਤੱਕ ਪੰਜਾਬੀ ਲਿਖੀ ਨਹੀਂ ਪੜ੍ਹੀ ਨਹੀਂ ਹੈਗੀ, ਠੀਕ ਹੈ, ਤਾਂ ਉਹਦੇ ਤੋਂ ਤੁਸੀਂ ਅਚਾਨਕ ਇਹ ਐਕਸਪੈਕਟ ਕਰਨ ਲੱਗ ਜਾਓ ਕਿ ਇਹ ਪੰਜਾਬੀ ਪੜ੍ਹੇ, ਪੰਜਾਬੀ ਸਿੱਖੇ, ਤਾਂ ਉਹ ਤੁਸੀਂ ਕਿੱਥੋਂ ਸ਼ੁਰੂ ਕੀਤੀ? ਸਾਡੇ ਜਿਵੇਂ ਪੰਜਾਬੀ ਦਾ ਪੇਪਰ 12ਵੀਂ ਦਾ ਆਉਂਦਾ ਨਾ ਜੀ, ਉਹ 4 ਮੋਡਿਊਲਸ 'ਚ ਆਉਂਦਾ, ਜਿਵੇਂ ਇੰਗਲਿਸ਼ ਦਾ ਆਉਂਦਾ ਉਸੇ ਆਇਲਸ ਦੇ ਪੈਟਰਨ ਤੇ, ਜਿਵੇਂ ਲਿਸਨਿੰਗ, ਰੀਡਿੰਗ, ਰਾਈਟਿੰਗ ਤੇ ਸਪੀਕਿੰਗ। ਅੱਛਾ। ਉਹਦੇ 'ਚੋਂ 2 ਮੋਡਿਊਲਸ ਤਾਂ ਇਹਦੇ ਪਰਫੈਕਟ ਸੀਗੇ ਹੀ, ਇਹਨੂੰ ਸੁਣ ਕੇ ਸਮਝ ਨਹੀਂ ਆਉਂਦੀ ਸੀ, ਇਹਨੂੰ ਬੋਲਣੀ ਆਉਂਦੀ ਸੀ। ਇੰਗਲਿਸ਼ 'ਚ ਇਹ ਬਹੁਤ ਵਧੀਆ, ਉੱਥੋਂ ਦੀ ਇਹ ਹਾਈ ਸਟੈਂਡਰਡ ਇਹਨੇ ਇੰਗਲਿਸ਼ ਕੀਤਾ। ਮੈਂ ਕਿਹਾ ਬੇਟੇ ਤੇਰਾ ਇੰਗਲਿਸ਼ ਤੂੰ ਲਿਟਰੇਚਰ ਸਮਝਦਾ, ਤੂੰ
ਫੋਲੋ ਅਪ ਕਰਦਾ ਹੈ, ਤੂੰ ਸਟੋਰੀਜ਼ ਬਣਾ ਸਕਦਾ ਹੈ, ਤੂੰ ਲਿਖ ਸਕਦਾ ਹੈ। ਜੇ ਤੂੰ ਇੰਗਲਿਸ਼ 'ਚ ਲਿਖ ਸਕਦਾ ਹੈ, ਤੈਨੂੰ ਪੰਜਾਬੀ ਸਿਰਫ ਵੋਕੈਬਲਰੀ ਆਉਂਦੀ ਹੈ, ਤੈਨੂੰ ਲਿਖਣ ਦੀ ਪ੍ਰੈਕਟਿਸ ਦੀ ਲੋੜ ਹੈ ਨਾ, ਉਹ ਆਪਾਂ ਕਰ ਲਾਂਗੇ। ਤੇ ਤੂੰ ਕੋਸ਼ਿਸ਼ ਤਾਂ ਕਰ। ਪਹਿਲਾਂ ਤਾਂ ਇਹ ਵੀ ਸੋਚਦਾ ਸੀ ਨਹੀਂ ਮੰਮੀ ਬਹੁਤ ਵੱਡਾ ਰਿਸਕ ਹੈ, ਵੀ ਨੰਬਰ ਘੱਟ ਜਾਣਗੇ। ਫਿਰ ਜਦੋਂ ਕੋਸ਼ਿਸ਼ ਕੀਤੀ, ਕਹਿੰਦਾ ਬਸ ਇੰਨੀ ਕੀ ਗੱਲ ਹੈ, ਇਹ ਤਾਂ ਕਹਿੰਦਾ ਚੱਕ ਲਾਂਗੇ ਫੱਟੇ, ਕੋਈ ਨਹੀਂ। ਫਿਰ ਉਹੀ ਗੱਲ ਵੀ 2-2 ਸੈਂਟੈਂਸ ਕਰਨੇ ਸ਼ੁਰੂ ਕੀਤੇ। ਉਹ 2 ਸਾਲਾਂ 'ਚ ਅਸੀਂ 10 ਸਾਲਾਂ ਦਾ ਸਫ਼ਰ ਜਿਹੜਾ ਤੈਅ ਕੀਤਾ। ਅੱਛਾ। ਉੱਥੋਂ ਕਰ ਕਰਕੇ ਇਹਨੂੰ ਰੋਜ਼ ਮੈਂ 1.5 ਘੰਟਾ 2 ਘੰਟੇ ਲੈ ਕੇ ਬਹਿ ਜਾਣਾ। ਅਪਾਰਟ ਫਰਮ ਸਕੂਲੋਂ ਇਹਨੇ 6 ਵਜੇ ਆਉਣਾ, 6 ਵਜੇ ਤੋਂ ਪਿੱਛੋਂ ਨੇ ਆ ਕੇ ਦੂਸਰੇ ਕੰਮ ਵੀ ਕਰਨੇ ਨੇ, ਮੈਥ ਵੀ ਪੜ੍ਹਨਾ ਹੈ ਇਹਨੇ, ਹਿਸਟਰੀ ਵੀ ਪੜ੍ਹਨੀ ਹੈ, ਅਤੇ ਇਹਨੇ ਬਾਕੀ ਤਿਆਰੀ ਵੀ ਕਰਨੀ ਹੈ। ਫਿਰ ਇਹਨੂੰ ਅਸੀਂ ਉਹ ਕਰਦੇ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ। ਮੈਂ ਇੱਥੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਮੰਗਵਾਈਆਂ ਸਾਰੀਆਂ। ਅੱਛਾ। ਉਹ ਬੁੱਕਸ ਦੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ, ਸਾਖੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ। ਫਿਰ ਇਹਦਾ ਫਲੋ ਬਣ ਗਿਆ। ਫਿਰ ਇਹਦੀ ਵੋਕੈਬਲਰੀ ਵੀ, ਰਾਈਟਿੰਗ ਵੋਕੈਬਲਰੀ ਸਪੀਕਿੰਗ ਨਾਲ ਥੋੜ੍ਹੀ ਜਿਹੀ ਡਿਫਰੈਂਟ ਹੈ, ਉਹ ਵੀ ਇਹਦੀ ਆ ਗਈ। ਅਤੇ ਫਿਰ ਇਹਦਾ ਕੌਨਫੀਡੈਂਸ ਹੋ ਗਿਆ। ਫਿਰ ਅਸੀਂ ਪਾਸਟ ਪੇਪਰ ਕਰਨੇ ਸ਼ੁਰੂ ਕੀਤੇ, ਜਿਹੜੇ ਉੱਥੋਂ ਦੇ ਪਾਸਟ ਪੇਪਰ ਸੀਗੇ। ਫਿਰ ਤਾਂ ਬਸ ਦੇਅਰ ਵਾਜ਼ ਨੋ ਲੁਕਿੰਗ ਬੈਕ। ਇੱਕ ਤੁਸੀਂ ਗੱਲ ਸੁਣਾ ਰਹੇ ਸੀਗੇ ਵੀ ਗੀਤ ਵੀ ਜ਼ਰੀਆ ਬਣੇ ਨੇ ਇਹਨਾਂ ਨੂੰ ਪੰਜਾਬੀ ਸਿਖਾਉਣ ਦਾ। ਹਾਂਜੀ, ਬਿਕੋਜ਼ ਅਸੀਂ ਜਦੋਂ ਹੁਣ ਸਵੇਰੇ ਜਾਂਦੇ, ਮੈਂ ਸਕੂਲ ਛੱਡਣ ਜਾਂਦੀ ਹਾਂ ਜਿਨ੍ਹਾਂ ਨੂੰ, ਸਕੂਲ ਵੈਸੇ ਤਾਂ ਬੱਸ ਹੈਗੀ ਹੈ, ਬਟ ਵੀ ਟਾਈਮ ਸੇਵ ਹੋ ਜਾਂਦਾ ਬੱਚਿਆਂ ਦਾ, ਨਾਲੇ ਇੱਕ ਟਾਈਮ ਸਪੈਂਡ ਹੋ ਜਾਂਦਾ। ਸਵੇਰੇ ਅਸੀਂ ਪਾਠ ਕਰਕੇ ਕੀਰਤਨ, ਉਦੋਂ ਤੱਕ ਜਪਜੀ ਸਾਹਿਬ ਦਾ ਪਾਠ ਕਰਕੇ ਜਾਂਦੇ ਕੀਰਤਨ ਕਰਕੇ ਸਵੇਰ ਦਾ ਟ੍ਰਿਪ ਤਾਂ ਸਾਡਾ ਇਹ ਹੋ ਜਾਂਦਾ। ਅਤੇ ਹੋਰ ਉਸ ਤੋਂ ਬਿਨਾਂ ਅਸੀਂ ਜਿੱਥੇ ਵੀ ਕਿਤੇ ਜਾਂਦੇ ਹਾਂ, ਗਾਣੇ ਚੱਲਦੇ ਆ ਗੱਡੀ 'ਚ, ਗਾਣੇ ਸੁਣੋ। ਫਿਰ ਉਹ ਗਾਣਿਆਂ ਦੇ ਵਰਡਸ ਐਕਸਪਲੇਨ ਕਰ ਦਿੰਦੀ ਹਾਂ ਮੈਂ। ਅੱਛਾ। ਉੱਥੋਂ ਬੜੀ ਵੋਕੈਬਲਰੀ ਬਣੀ ਹੈ। ਇਹ ਮੈਂ ਬਾਹਰਲੇ ਸਾਰੇ ਪੇਰੈਂਟਸ ਨੂੰ ਕਹਿ ਸਕਦੀ ਹਾਂ, ਮਾਵਾਂ ਨੂੰ, ਫਾਦਰਸ ਨੂੰ, ਵੀ ਤੁਸੀਂ ਗਾਣੇ ਸੁਣਦੇ ਹੋ, ਚਲੋ ਪੰਜਾਬੀ ਗਾਣੇ ਸੁਣਨ ਲਾ ਲਓ। ਬੱਚਾ ਅੱਜ ਕੱਲ੍ਹ ਮਿਊਜ਼ਿਕ ਦੇ ਨਾਲ ਹੀ ਜੁੜਦਾ। ਬਹੁਤ ਸਾਰੇ ਗਾਣੇ ਨੇ ਜਿਨ੍ਹਾਂ ਦੇ ਸਹੀ ਵੀ ਨੇ। ਹੁਣ ਆਪਣੇ ਗੁਰਦਾਸ ਮਾਨ ਜੀ ਨੇ, ਉਹਨਾਂ ਦਾ ਤੁਸੀਂ ਕੋਈ ਵੀ ਗਾਣਾ ਲੈ ਲਓ, ਉਹ ਸ਼ਬਦਾਵਲੀ ਦਾ ਭਰਿਆ ਹੋਇਆ, ਨੌਲੇਜ ਦਾ ਭਰਿਆ ਹੋਇਆ। ਬਿਲਕੁਲ। ਉਹ 'ਚੋਂ ਕੋਈ ਵੀ ਅੱਖਰ ਚੱਕ ਲਓ, ਉਹਦਾ ਮਤਲਬ ਸਮਝਾ ਲਓ, ਪੁੱਛ ਲਓ। ਉੱਥੋਂ ਇਹਨੇ ਬੜੇ ਸਿੱਖਿਆ ਵੀ ਅੱਛਾ ਆਹ ਗਾਣੇ ਦਾ ਕੀ ਮਤਲਬ, ਆਹ ਲਾਈਨ ਦਾ ਕੀ ਮਤਲਬ, ਇਹਦਾ ਇਹ ਮੋਟੋ ਹੈ, ਇਹਦਾ ਇਸ ਗਾਣੇ ਦਾ, ਇਸ ਲਾਈਨ ਦਾ ਇਹ ਮਕਸਦ ਹੈ, ਇਹ ਕਹਿਣ ਦਾ ਮਤਲਬ ਹੈ। ਉੱਥੋਂ ਬੜਾ ਸਿੱਖਿਆ ਇਹਨੇ। ਤੇ ਇੱਕ ਵਰਡ ਵੀ ਮੈਂ ਕਹਿੰਦੀ ਹਾਂ, ਉਹ ਜਿਹੜਾ ਤੁਸੀਂ ਦੱਸਿਆ ਸੀਗਾ ਮੈਨੂੰ, ਉਹ ਦੱਸ ਦਿਓ। ਉਹ ਕੋਈ ਹੁਣ ਰੀਸੈਂਟਲੀ ਕੋਈ ਗਾਣਾ ਸੀਗਾ, ਸਿੰਗਰ, ਚਲੋ ਆਪਾਂ ਨਹੀਂ ਨਾਮ ਲੈਂਦੇ, ਉਹਦੇ 'ਚ ਸ਼ਬਦ ਆਇਆ ਮਕਾਨ, ਵੀ ਅਸੀਂ ਮਕਾਨ ਨਹੀਂ ਜਾਂਦੇ। ਅਤੇ ਮੈਂ ਇਹਨੂੰ ਪੁੱਛਿਆ, ਮੈਂ ਅਜੇਸ਼ਵਰ ਹੁਣੀ ਦੀ ਗੱਲ ਹੈ, ਮੈਂ ਤੈਨੂੰ ਪਤਾ ਮਕਾਨ ਕੀ ਹੁੰਦਾ? ਹਾਂ, ਕਹਿੰਦਾ ਘਰ, ਮਕਾਨ। ਮੈਂ ਕਿਹਾ ਨਹੀਂ ਬੇਟੇ, ਇੱਥੇ ਇਹ ਉਹ ਮਕਾਨ ਦੀ ਗੱਲ ਨਹੀਂ ਹੋ ਰਹੀ, ਇਹ ਆਹ ਵਾਲੀ ਮਕਾਨ ਦੀ ਗੱਲ ਹੋ ਰਹੀ ਹੈ। ਉਹ ਮੈਨੂੰ ਲੱਗਦੀ ਅੱਜ ਦੀ ਆਪਣੀ ਜਨਰੇਸ਼ਨ ਨੂੰ ਵੀ ਭੁੱਲਦਾ ਜਾਂਦਾ। ਅੱਜ ਕੱਲ੍ਹ ਮਕਾਨਾ ਜਾਂਦਾ ਹੀ ਨਹੀਂ ਕੋਈ। ਸੋ ਇਸ ਤਰ੍ਹਾਂ ਤੁਸੀਂ ਸ਼ਬਦ ਤੋਂ ਸ਼ਬਦ ਕੱਢ ਕੇ ਤੁਸੀਂ ਜੋੜ ਸਕਦੇ ਹੋ ਉਹਨਾਂ ਨੂੰ। ਫਿਰ ਇੱਕ ਚੀਜ਼ ਦੱਸੀ, ਫਿਰ ਉਹਦੇ ਨਾਲ 10 ਚੀਜ਼ਾਂ ਇਹਨੂੰ ਹੋਰ ਪਤਾ ਲੱਗੀਆਂ, ਸਾਡੇ ਰਿਚੁਅਲਸ ਬਾਰੇ ਪਤਾ ਲੱਗਿਆ ਵੀ ਮਕਾਨ ਤੋਂ ਪਹਿਲਾਂ ਕਿਵੇਂ ਕੀ ਹੁੰਦਾ। ਉਹ ਫਿਰ ਸਾਰੀ ਕਹਾਣੀ, ਫਿਰ ਉਹ ਛੋਟਾ ਕਹਿਣਾ ਜਾਂਦਾ ਮੰਮੀ ਤੁਸੀਂ ਤਾਂ ਪੂਰੀ ਸਟੋਰੀ ਸੁਣਾਤੀ ਇੱਕ ਸ਼ਬਦ ਨੂੰ ਲੈ ਕੇ। ਇੱਕ ਜਿਵੇਂ ਕਹਿੰਦੇ ਨੇ ਇੱਕ ਸ਼ਬਦ ਤੋਂ ਕਹਾਣੀ ਬਣਾਉਣੀ, ਉਹ ਫਿਰ ਪੂਰੀ ਕਹਾਣੀ ਬਣ ਜਾਂਦੀ ਹੈ। ਤਾਂ ਇਹ ਹੁਣ ਅਸੀਂ ਜਾਂਦਾ ਵੀ ਮੰਮੀ ਨੇ ਤਾਂ ਪੂਰੀ ਸਟੋਰੀ ਫੇਰ ਸੁਣਾਤੀ। ਠੀਕ ਹੈ। ਤੇ ਕੁੜਤਾ ਪਜਾਮਾ ਤੁਸੀਂ ਅਕਸਰ ਪਾ ਲੈਂਦੇ ਹੋ? ਇੱਥੇ ਆ ਕੇ ਪਾਉਂਦਾ ਤਾਂ ਆਸਟ੍ਰੇਲੀਆ ਦਾ ਉਹ ਮਿਲਦਾ ਹੀ ਨਹੀਂ, ਮੌਕਾ ਹੀ ਨਹੀਂ ਮਿਲਦਾ। ਉਹ ਤਾਂ ਜੋ ਸਿਰਫ ਗੁਰਦੁਆਰੇ ਜਾਣ ਵਾਸਤੇ ਪੈਂਦਾ ਜੀ ਉੱਥੇ ਤਾਂ। ਬਿਲਕੁਲ ਸਹੀ ਗੱਲ ਹੈ। ਤੇ ਜਦੋਂ ਇੱਧਰੋਂ ਨਵੇਂ ਨਿਆਣੇ ਜਾਂਦੇ ਨੇ, ਜਿਵੇਂ ਹੁਣ ਬਹੁਤ ਸਾਰੇ ਸਟੂਡੈਂਟ ਵੀਜ਼ੇ 'ਤੇ ਜਾ ਰਹੇ ਨੇਗੇ, ਹੁਣ ਇਹਨਾਂ ਨੇ ਵੀ ਅੱਗਿਓਂ ਇਹਦੀ ਯੂਨੀਵਰਸਿਟੀ ਸ਼ੁਰੂ ਹੋਣੀ ਹੈ ਜਾਂ ਕਾਲਜ ਸ਼ੁਰੂ ਹੋਣਾ ਹੈ, ਬੜੇ ਸਾਰੇ ਨਿਆਣੇ ਇਹਨਾਂ ਨੂੰ ਵੀ ਮਿਲਣਗੇ ਨਾ, ਜਾਂ ਭੈਣ ਜੀ ਤੁਹਾਡਾ ਵੀ ਵਾਹ ਪੈਂਦਾ ਰਹਿੰਦਾ ਹੋਣਾ ਆ। ਜਿਹੜੇ ਇੱਧਰੋਂ ਪੰਜਾਬ ਤੋਂ ਨਵੇਂ ਨਿਆਣੇ ਉੱਧਰ ਜਾਂਦੇ ਨੇ ਆਸਟ੍ਰੇਲੀਆ, ਹੈ ਨਾ, ਤਾਂ ਉੱਥੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਬਦਲਾਅ ਉਹਨਾਂ 'ਚ ਕੀ ਦੇਖਦੇ ਹੋ? ਸਭ ਤੋਂ ਪਹਿਲਾ ਬਦਲਾਅ ਤਾਂ ਜੀ ਵਾਲ ਕਟਾਉਣ ਵਾਲਾ ਹੀ ਦੇਖਦੇ। ਜਿਹੜੇ ਵਾਲ ਰੱਖੇ ਵਾਲੇ ਜਾਂਦੇ ਨੇ ਉਹ ਵਾਲ ਕਟਾ ਲੈਂਦੇ ਨੇ। ਅੱਬਲ ਤਾਂ ਇੱਥੋਂ ਹੀ ਕਟਾ ਕੇ ਜਾਂਦੇ ਨੇ। ਪਹਿਲਾਂ ਤਾਂ ਵਾਲ ਕਟਾਉਣ ਦਾ। ਦੂਸਰਾ, ਉਹਨਾਂ ਦੇ ਖਾਣ ਪੀਣ 'ਚ ਬਦਲਾਅ ਆ ਜਾਂਦਾ। ਤੀਸਰਾ, ਫਿਰ 2 ਕੁ ਸਾਲਾਂ ਬਾਅਦ ਉਹਨਾਂ ਦੀ ਬੋਲੀ ਵੀ ਬਦਲ ਜਾਂਦੀ ਹੈ। ਗੱਲ ਫਿਰ ਬੋਲੀ 'ਤੇ ਅਟਕ ਜਾਂਦੀ ਹੈ। ਈਵਨ ਇੰਗਲਿਸ਼ ਦਾ ਐਕਸੈਂਟ ਹੀ ਬਦਲ ਜਾਂਦਾ। ਹੁਣ ਬੇਟਾ ਸ਼ਾਇਦ ਗੱਲ ਸੁਣਾਉਣੀ ਚਾਹੇ, ਕਿਸੇ ਨੂੰ ਮਿਲਿਆ ਤਾਂ ਤੁਸੀਂ ਸੁਣਾਓ ਗੱਲ। ਕਿਸ ਨੂੰ ਮਿਲੇ, ਉਹ ਪੰਜਾਬੀ ਸਰਦਾਰ ਫੈਮਿਲੀ ਸੀ, ਸਾਰਿਆਂ ਨੇ ਵਾਲ ਰੱਖੇ ਸੀ, ਅਤੇ ਕਿਸੇ ਉੱਥੇ ਗਏ ਅਤੇ ਨਾਮ ਤਾਂ ਨਹੀਂ ਲੈਣਾ ਚਾਹੁੰਦਾ, ਕਹਿੰਦੇ ਹੈਲੋ ਆਈ ਐਮ ਦਿਸ। ਅਤੇ ਸਾਨੂੰ ਲੱਗਿਆ ਕਿ ਇੱਥੇ ਬੱਚਾ ਮੈਂ 12ਵੀਂ ਕਰਕੇ, ਇੱਥੋਂ ਦਾ ਹੀ 12ਵੀਂ ਕਰਕੇ ਤੁਸੀਂ ਇੱਥੇ 18-19 ਸਾਲ ਲਾ ਕੇ ਤੁਸੀਂ ਗਏ ਹੋ ਬਾਹਰ, ਅਮਰੀਕਾ ਗਏ ਹੋ ਸੀ 3-4 ਸਾਲਾਂ ਵਾਸਤੇ, ਅਤੇ ਵਾਪਸ ਆ ਕੇ ਕਿਵੇਂ ਭੁੱਲ ਸਕਦੇ ਹੋ? ਇਸ ਇੰਪੋਸੀਬਲ ਹੈ ਇਹ ਚੀਜ਼। 3-4 ਸਾਲਾਂ 'ਚ ਪੰਜਾਬੀ ਤਾਂ ਨਹੀਂ ਤੁਹਾਨੂੰ ਭੁੱਲ ਸਕਦੀ ਜਿਹੜੀ ਤੁਸੀਂ 18-19 ਸਾਲ ਬੋਲੀ। ਬਿਲਕੁਲ। ਤਾਂ ਥੋੜ੍ਹੀ ਔਡ ਲੱਗੀ ਗੱਲ। ਅਤੇ ਪਰ ਉਹ ਆਪਣੇ ਪੰਜਾਬੀ 'ਚ ਜ਼ਿਆਦਾ, ਉੱਥੇ ਜੇ ਕੋਈ ਵੀ ਇਮੀਗ੍ਰੈਂਟ ਹੋ ਗਏ, ਚਾਈਨੀਜ਼ ਹੋ ਗਏ ਜਾਂ
ਅਰਬਿਕ ਕੰਟਰੀ ਜੋ ਵੀ ਹੋ ਗਏ ਹਾਂ ਜਾਂ ਜਿਵੇਂ ਗ੍ਰੀਕ ਇਟਾਲੀਅਨ ਉਹ ਜਿਵੇਂ ਗ੍ਰੀਕ ਇਟਾਲੀਅਨ ਤੋਂ ਉੱਥੇ ਤਾਂ ਤੀਜੀ ਚੌਥੀ ਪੀੜ੍ਹੀ ਹੋ ਗਈ ਸਿਡਨੀ 'ਚ। ਅੱਛਾ ਉਹ 1950 1940 'ਚ ਆਏ ਸੀ ਗ੍ਰੀਕ ਸਿਟਲ ਤੋਂ, ਹਜੇ ਤੱਕ ਬੋਲਦੇ ਨੇ। ਤਾਂ ਆਪਣੇ ਤਾਂ ਮਤਲਬ ਆਪਣੀ ਜ਼ਿਆਦਾ ਕਰਦੇ ਨੇ, ਮਤਲਬ ਅੰਗਰੇਜ਼ੀ ਨੂੰ ਉਹ ਜ਼ਿਆਦਾ ਦਿੰਦੇ ਨਹੀਂ ਮਹੱਤਵ, ਕਿਉਂਕਿ ਸਾਰੇ ਬੋਲਦੇ ਨੇ ਇੱਥੇ, ਤਾਂ ਆਪਣੇ ਜ਼ਿਆਦਾ ਕਰਦੇ ਨੇ। ਪਰ ਚਾਈਨੀਜ਼ ਜਿਵੇਂ ਨੇ, ਚਾਈਨੀਜ਼ ਸਾਰੇ ਘਰੇ ਚਾਈਨੀਜ਼ ਬੋਲਦੇ ਨੇ। ਆਪਣੀ ਆਪਣੀ ਬੋਲੀ ਨੂੰ ਮਹੱਤਵ ਦਿੰਦੇ ਹਰ ਨੇਗੇ। ਕੋਈ ਇਹ ਦਿੰਦਾ। ਸਿਰਫ ਸਾਡੇ ਮਿਲਾਂ ਦਾ ਸਾਡੇ ਖੂਨ ਚ ਆ। ਖੂਨ ਚ ਹੈ ਵੀ ਅਸੀਂ ਅੰਗਰੇਜ਼ੀ ਬੋਲ ਕੇ ਜ਼ਿਆਦਾ ਮਾਡਰਨ ਹੋ ਜਾਣਾ। ਬਿਲਕੁਲ। ਆ ਜਾਊਗਾ ਦੌਰ ਜੀ, ਇਹ ਵੀ ਸਮਝ ਜਾਣਗੇ, ਥੋੜੀ ਜਿਹੀ ਸਮਝਦਾ, ਕਹਿੰਦੇ ਫੇਸ ਦੀ ਜ਼ਰੂਰਤ ਹੈ, ਆ ਜਾਏਗਾ, ਸਮਝ ਆ ਜਾਏਗਾ। ਬਿਲਕੁਲ ਸਹੀ ਗੱਲ ਹੈ। ਤੇ ਅੱਗੇ ਵਾਸਤੇ ਹੁਣ ਤੁਸੀਂ ਕੀ ਸੋਚਿਆ ਹੋਇਆ? ਅੱਗੇ ਹੁਣ ਅਗਲੇ ਸਾਲ ਇਸ ਸਾਲ ਹੀ ਯੂਨੀਵਰਸਿਟੀ, ਹੁਣ 2 ਫਰਵਰੀ 'ਚ UNSW ਤਾਂ ਕਮਰਸ ਕਰਨੀ ਉੱਥੇ, ਤੇ ਉਸ ਤੋਂ ਬਾਅਦ ਦੇਖਦੇ ਹਾਂ ਕਿਵੇਂ। ਠੀਕ ਹੈ। ਤੇ ਤੁਸੀਂ ਇਹ ਵੀ ਸੋਚਿਆ ਹੋਇਆ ਕਿ ਜਿਵੇਂ ਤੁਹਾਡਾ ਛੋਟਾ ਭਰਾ ਜਾਂ ਫਿਰ ਤੁਹਾਡੇ ਦੋਸਤ ਹੋਣਗੇ ਜਾਂ ਹੋਰ ਵੀ ਲੋਕਾਂ ਨੂੰ ਤੁਸੀਂ ਪ੍ਰੇਰਿਤ ਕਰੋ ਕਿ ਪੰਜਾਬੀ ਬੋਲੋ ਜਾਂ ਲਿਖੋ, ਜਾਂ ਇਹ ਸਾਡੇ ਲਈ ਜ਼ਰੂਰੀ ਆ? ਹਾਂਜੀ, ਨਹੀਂ ਅੱਗੇ ਵੱਧ ਜ਼ਿਆਦਾ ਕਲਾਸ, ਸਾਡੇ ਵੇਲੇ 1 ਕਲਾਸ ਸੀ ਅੱਛਾ। ਉਸ ਕੈਂਪਸ 'ਚ, ਤੇ ਉੱਥੇ ਹੁਣ 2 ਕਲਾਸਾਂ ਹੋ ਗਈਆਂ ਹੁਣ 10ਵੀਂ ਦੀਆਂ, ਹੁਣ ਜਿਹੜੇ ਅੱਗੇ ਆ ਰਹੀਆਂ ਨੇ। ਕਿਉਂਕਿ ਪੋਪੂਲੇਸ਼ਨ ਕਰਕੇ ਜਾਂ ਜੋ ਵੀ ਆ, ਬਹੁਤ ਜ਼ਿਆਦਾ ਬੱਚੇ ਕਰ ਰਹੇ ਨੇ ਪੰਜਾਬੀ ਉੱਥੇ, ਜ਼ਿਆਦਾ ਕੰਪੀਟੀਸ਼ਨ ਜ਼ਿਆਦਾ ਵਧੀਆ ਹੋਊਗਾ। ਸਾਰੇ ਦੇਖੋ ਦੇਖੀ ਸਾਰੇ ਕਰੀ ਜਾਂਦੇ ਨੇ, ਤਾਂ ਵਧੀਆ ਗੱਲ ਹੀ ਆ ਇੱਕ ਹਿਸਾਬ ਦੀ, ਇਹ ਸਾਰੇ ਕਰ ਰਹੇ ਨੇ। ਠੀਕ ਹੈ। ਤੇ ਦੂਜੇ ਬੇਟੇ ਲਈ ਹੁਣ ਤੁਹਾਡੀਆਂ ਕੀ ਕੋਸ਼ਿਸ਼ਾਂ ਰਹਿਣਗੀਆਂ? ਹੁਣ ਇੱਕ ਐਗਜ਼ਾਮਪਲ ਸੈੱਟ ਹੋ ਗਈ ਜੀ, ਇੱਕ ਰਸਤਾ ਕਲੀਅਰ ਹੋ ਗਿਆ, ਸਕੂਲ ਤੋਂ ਵੀ ਹੋ ਗਿਆ, ਮੈਨੂੰ ਵੀ ਐਕਸਪੀਰੀਅੰਸ ਹੋ ਗਿਆ ਵੀ ਅਚੀਵ ਹੋ ਸਕਦਾ ਹੈ। ਹੁਣ ਬਸ ਉਹਦਾ ਵੀ, ਉਹ ਹੁਣ ਉਹਨੇ 8ਵੀਂ 'ਚ ਜਾਣਾ ਜੀ, ਤੇ ਹੁਣ ਉਹਦੀ 8ਵੀਂ ਤੋਂ ਸ਼ੁਰੂ ਕਰ ਦੇਣੀ ਹੈ। ਅੱਛਾ। ਹਾਂਜੀ, ਮੈਂ ਪ੍ਰਾਈਵੇਟਲੀ ਪੜ੍ਹਾਉਣਾ ਸ਼ੁਰੂ ਕਰੂੰਗੀ। ਮੈਨੂੰ ਲੱਗਦਾ ਨਹੀਂ ਸਕੂਲ ਇੰਨੀ ਛੇਤੀ ਸਾਨੂੰ ਹਜੇ ਆਗਿਆ ਦਊਗਾ। ਉਹਨੂੰ ਵੀ 9ਵੀਂ 10ਵੀਂ ਤੱਕ ਜਾ ਕੇ ਕਿਤੇ ਸਪੋਰਟਸ ਐਗਜ਼ੈਂਪਸ਼ਨ ਮਿਲੂਗੀ, ਮੈਂ ਹੁਣ ਤੋਂ ਲੱਗੂੰਗੀ ਤਾਂ। ਬਿਲਕੁਲ ਤੇ ਉਹਨੂੰ ਵੀ ਕਰਾਵਾਂਗੇ ਜੀ, ਪੰਜਾਬੀ ਕਰਾਵਾਂਗੇ। ਬਿਲਕੁਲ। ਬਾਕੀ ਇਹਦੇ ਜਿਹੜੇ ਹੁਣ ਜਿਵੇਂ ਫਾਦਰ ਸਾਹਿਬ ਨੇ, ਅਸੀਂ ਦੋਨੋਂ ਇੱਥੋਂ ਡਾਕਟਰ ਸੀਗੇ ਜੀ। ਠੀਕ ਹੈ। 16 ਚੋਂ ਉਹ ਵੀ ਡਾਕਟਰ ਨੇ, ਮੈਂ ਵੀ ਡਾਕਟਰ ਹਾਂ ਜੀ। ਬੱਚਿਆਂ ਨੂੰ ਦੇਖ ਰੇਖ ਵਾਸਤੇ ਮੈਂ ਆਪਣੇ ਕਰੀਅਰ ਤੋਂ ਬ੍ਰੇਕ ਲਈ। ਫਿਰ ਸਾਡਾ ਪ੍ਰੋਪਰਟੀ ਡਿਵੈਲਪਮੈਂਟ ਦਾ ਕੰਮ ਹੈਗਾ, ਬਿਜ਼ਨਸ ਹੈ, ਉਹਦੇ 'ਚ ਮੈਂ ਬੈਕ ਸਾਈਡ 'ਤੇ ਦੇਖਦੀ ਹਾਂ ਜੀ। ਅਤੇ ਬਾਕੀ ਡਾਕਟਰ ਸਾਹਿਬ ਜਿਹੜੇ ਨੇ, ਇੰਡੀਆ ਆਸਟ੍ਰੇਲੀਆ ਦੇ ਟਾਈਜ਼ ਨੂੰ ਲੈ ਕੇ ਸਟ੍ਰੈਟਜਿਕ ਅਲਾਇੰਸ ਹੈ, ਇੰਡੀਆ ਆਸਟ੍ਰੇਲੀਆ ਸਟ੍ਰੈਟਜਿਕ ਅਲਾਇੰਸ, ਉਹਦੇ ਚੇਅਰ ਨੇ, ਮੈਂ ਕੋ ਚੇਅਰ ਹਾਂ। ਮੈਂ ਬੈਕ ਐਂਡ 'ਤੇ ਰਹਿ ਕੇ ਥੋੜ੍ਹਾ ਥੋੜ੍ਹਾ ਦੇਖਦੀ ਹਾਂ। ਉਹ ਮੇਨ ਦੋਨੋਂ ਕੰਟਰੀਜ਼ 'ਤੇ ਉਹਨਾਂ ਦਾ ਰਿਲੇਸ਼ਨਸ਼ਿਪ 'ਚ ਉਹਨਾਂ ਦਾ ਹੈਗਾ, ਪੋਲੀਟਿਕਸ 'ਚ ਵੀ ਬਹੁਤ ਐਕਟਿਵ ਨੇ। ਅਤੇ ਟੋਨੀ ਐਬਟ ਆਨਰੇਰੀ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ ਆਸਟ੍ਰੇਲੀਆ ਦੇ, ਉਹ ਇਹਨੂੰ ਮੈਂਟਰ ਕਰਦੇ ਰਹਿੰਦੇ ਟਾਈਮ ਟੂ ਟਾਈਮ। ਅੱਛਾ। ਹੁਣ ਉਹ ਵੀ ਕਹਿੰਦੇ ਨੇ ਕਿ ਤੁਸੀਂ ਆਪਣੀ ਬੋਲੀ ਨੂੰ ਜਾਗਰੂਕ ਰੱਖੋ। ਉਹ ਇੰਨਾ ਪ੍ਰਾਊਡ ਫੀਲ ਕਰਦੇ ਨੇ। ਉਹ ਹੁਣ ਜਦੋਂ ਉਸ ਲੈਵਲ ਤੇ ਅਵਾਰਡ ਵੀ ਉਹਨਾਂ ਨੇ ਦਿੱਤਾ ਸੀ ਨਾ? ਉਹ ਪ੍ਰੀਮੀਅਰ ਨੇ ਦਿੱਤਾ ਜੀ ਉੱਥੋਂ। ਹੁਣ ਦੇ ਜਿਹੜੇ ਪ੍ਰੀਮੀਅਰ ਮਤਲਬ ਜਿਵੇਂ ਆਪਣਾ ਚੀਫ ਮਿਨਿਸਟਰ ਕਹਿ ਦਈਏ ਸਟੇਟ ਦਾ। ਠੀਕ। ਤੇ ਮਿਸਟਰ ਟੋਨੀ ਐਬਟ ਜਿਹੜੇ ਨੇ, ਉਹ ਸਾਡੇ ਆਸਟ੍ਰੇਲੀਆ ਦੇ ਪੂਰਵ ਪ੍ਰਧਾਨ ਮੰਤਰੀ ਰਹੇ ਨੇ, ਤੇ ਉਹ ਬਹੁਤ ਸਾਡੇ ਕਲੋਜ਼ ਰਿਲੇਸ਼ਨਸ਼ਿਪਸ ਨੇ ਉਹਨਾਂ ਨਾਲ। ਡਾਕਟਰ ਸਾਹਿਬ ਦੇ ਬਹੁਤ ਕਲੋਜ਼ ਨੇ, ਆਉਣੀ ਜਾਣੀ ਹੈ ਬਹੁਤ। ਤੇ ਉਹ ਇਹਨੂੰ ਮੈਂਟਰ ਕਰਦੇ ਰਹਿੰਦੇ ਨੇ। ਤੇ ਉਹਨਾਂ ਨੇ ਵੀ ਕਿਹਾ, ਕਹਿੰਦੇ ਤੁਸੀਂ ਇੱਕ ਬੋਲੀ ਜ਼ਰੂਰ ਲਓ। ਵਿੱਚ ਦੀ ਜਦੋਂ ਮੈਂ ਇੱਕ ਵਾਰ ਤਾਂ ਡਗਮਗਾ ਗਈ ਸੀ ਵੀ ਕਰੀਏ ਕਿੰਨਾ, ਤਾਂ ਉਹ ਕਹਿੰਦੇ ਨਹੀਂ ਵੀ ਅਜੇਸ਼ਵਰ ਇੰਨਾ ਬਰਾਈਟ ਚਾਈਲਡ ਹੈ, ਤੁਸੀਂ ਇੰਨੀ ਮਿਹਨਤ ਕਰ ਰਹੇ ਹੋ, ਯੂ ਸ਼ੁੱਡ ਗੋ ਹੈਡ ਵਿਦ ਦੈਟ। ਹੁਣ ਸਾਨੂੰ ਗੋਰੇ ਐਡਵਾਈਜ਼ ਕਰ ਰਹੇ ਨੇ ਵੀ ਤੁਸੀਂ ਆਪਦੀ ਭਾਸ਼ਾ ਨਾ ਛੱਡੋ। ਸਹੀ ਹੈ, ਬਿਲਕੁਲ। ਔਰ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਕਹਿ ਰਿਹਾ ਹੈ, ਪੂਰਵ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਵੀ ਤੁਸੀਂ ਆਪਦੀ ਭਾਸ਼ਾ ਨਾ ਛੱਡੋ। ਇਹ ਭਾਸ਼ਾ ਹੀ ਤੁਹਾਡੇ ਵਾਸਤੇ ਬਹੁਤ ਵੱਡੀ ਦੇਣ ਹੈ। ਬਿਲਕੁਲ। ਤੇ ਅਸੀਂ ਆਪਦੀ ਭਾਸ਼ਾ ਨੂੰ ਘਰੇ ਅੰਗਰੇਜ਼ੀ ਬੋਲ ਕੇ ਅਸੀਂ ਉਹਦੀ ਦੂਜੇ ਪਾਸੇ ਨੂੰ ਮੂੰਹ ਲਾਈ ਜਾਂਦੇ। ਨਹੀਂ, ਇਹਦੇ ਲਈ ਵੀ ਨਾ ਭੈਣ ਜੀ ਦੋਨੇ ਚੀਜ਼ਾਂ ਜ਼ਿੰਮੇਵਾਰ ਨੇ। ਇੱਕ ਤਾਂ ਸਾਡੇ ਸਕੂਲ, ਇੱਕ ਤਾਂ ਸਾਡੇ ਪੇਰੈਂਟਸ, ਹੈ ਨਾ। ਮੈਂ ਹੁਣ ਆਪਣੀ ਬੇਟੀ ਦਾ ਸਕੂਲ ਸ਼ੁਰੂ ਕਰਨਾ ਆ, ਤਾਂ ਉਹ ਪਹਿਲੇ ਦਿਨ ਅਸੀਂ ਉਹਨੂੰ ਸਕੂਲ ਲੈ ਕੇ ਗਏ ਹਾਂ, ਹਾਲੇ ਉਹਦੀ ਰਜਿਸਟ੍ਰੇਸ਼ਨ ਹੋਣੀ ਸੀਗੀ, ਤਾਂ ਉਹ ਸਕੂਲ ਦਾ ਸਟਾਫ ਉਹਦੇ ਨਾਲ ਅੰਗਰੇਜ਼ੀ 'ਚ ਇੰਟਰੈਕਟ ਕਰ ਰਿਹਾ। ਤੇ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿ ਇਹ ਇੰਗਲਿਸ਼ ਨਹੀਂ ਬੋਲਦੀ ਹੈਗੀ, ਕਿ ਤੁਸੀਂ ਇਹਦੇ ਨਾਲ ਪੰਜਾਬੀ 'ਚ ਗੱਲ ਕਰ ਲਓ ਹਲੇ, ਹੈ ਨਾ। ਕਿਉਂਕਿ ਉੱਥੇ ਸਕੂਲ ਵਾਲੇ ਮੈਨੂੰ ਐਡਵਾਈਸ ਕਰ ਰਹੇ ਨੇ ਕਿ ਦੇਖੋ ਇਹ ਹੁਣ ਸਮੇਂ ਦੀ ਜ਼ਰੂਰਤ ਆ, ਤੁਸੀਂ ਇਹਦੇ ਨਾਲ ਘਰੇ ਵੀ ਅੰਗਰੇਜ਼ੀ 'ਚ ਗੱਲ ਕਰਿਆ ਕਰੋ, ਬੱਚਾ ਛੇਤੀ ਸਿੱਖੂਗਾ, ਹੈ ਨਾ ਜੀ। ਮੈਂ ਕਿਹਾ ਕਿ ਸਿੱਖਣਾ ਜ਼ਰੂਰੀ ਆ, ਕਿਉਂਕਿ ਠੀਕ ਆ ਤੁਸੀਂ ਇੱਕ ਗਲੋਬਲ ਲੈਂਗੁਏਜ ਆ, ਜਾਂ ਭਾਸ਼ਾਵਾਂ ਤੇ ਜਿੰਨੀਆਂ ਤੁਹਾਨੂੰ ਆਉਂਦੀਆਂ ਹੋਣਗੀਆਂ ਤੁਹਾਡੇ ਲਈ ਉਨਾ ਹੀ ਸੌਖਾ, ਜਾਂ ਉਨੀ ਤੁਹਾਡੀ ਅਪਰੋਚ ਕਹਿ ਲਓ ਕਿ ਵੱਧ ਸਕਦੀ ਆ, ਹੈ ਨਾ। ਬਿਲਕੁਲ। ਪਰ ਬੋਲਣੀ ਕਿ ਨਹੀਂ ਬੋਲਣੀ, ਇਹ ਤੁਹਾਡੀ ਚੋਇਸ ਹੋਣੀ ਚਾਹੀਦੀ ਆ ਕਿ ਤੁਸੀਂ ਕਮਿਊਨੀਕੇਟ ਕਿਹੜੀ ਲੈਂਗੁਏਜ ਦੇ ਵਿੱਚ ਕਰਨਾ ਹੈ, ਹੈ ਨਾ। ਤੇ ਉਹ ਮੈਨੂੰ ਐਡਵਾਈਸ ਕਰ ਰਹੇ ਨੇਗੇ ਕਿ ਤੁਸੀਂ ਇਹਦੇ ਨਾਲ ਇੰਗਲਿਸ਼ 'ਚ ਗੱਲ ਕਰਿਆ ਕਰੋ। ਮੈਂ ਕਿਹਾ ਹਾਲੇ ਤਾਂ 4 ਸਾਲ ਦਾ ਬੱਚਾ, ਹਾਲੇ ਤਾਂ ਇਹਨੂੰ ਆਪਦੀ ਮਾਂ ਬੋਲੀ ਦੇ ਸਾਰੇ ਸ਼ਬਦ ਨਹੀਂ ਆਉਂਦੇ ਹੈਗੇ, ਦੂਜੀ ਲੈਂਗੁਏਜ ਕਿਵੇਂ ਸਿੱਖੂਗਾ ਹਾਲੇ, ਹੈ ਨਾ। ਬਿਲਕੁਲ। ਪਰ ਚਲੋ ਇਹ ਵੀ ਹੁੰਦਾ ਹੈ ਕਿ ਉਹ ਇੱਕ ਏਜ ਹੁੰਦੀ ਹੈ ਜਿੱਥੇ ਨਿਆਣਾ ਸਾਰੀਆਂ ਚੀਜ਼ਾਂ ਗ੍ਰੈਪ ਕਰ ਲੈਂਦਾ ਆ, ਹੈ ਨਾ। ਉਹ ਵੀ ਚੀਜ਼ ਇੱਕ ਠੀਕ ਆ। ਪਰ ਮੈਨੂੰ ਲੱਗਦਾ ਕਿ ਜਦੋਂ
ਮਾਪੇ ਆਪਾਂ ਚਲੋ ਥੋੜੇ ਜਿਹੇ ਅਵੇਅਰ ਹੈਗੇ ਆ ਇਸ ਚੀਜ਼ ਨੂੰ ਲੈ ਕੇ, ਪਰ ਜਦੋਂ ਕੋਈ ਵੀ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੇ ਨੇ, ਉਹ ਇੱਕਦਮ ਵੀ ਬਦਲਿਆ ਹੋਇਆ ਮਾਹੌਲ ਦੇਖਦੇ ਨੇਗੇ, ਤੇ ਕਿਤੇ ਨਾ ਕਿਤੇ ਫਿਰ ਮਾਪਿਆਂ ਦੇ ਵੀ ਇਸ ਚੀਜ਼ ਦਾ ਪ੍ਰੈਸ਼ਰ ਮਜਬੂਰੀ ਬਣ ਜਾਂਦੀ, ਮਜਬੂਰੀ ਬਣ ਜਾਂਦੀ, ਕਈ ਵਾਰ ਮਜਬੂਰੀ ਵੀ ਬਣ ਜਾਂਦੀ ਹੈ ਜੀ। ਬਿਲਕੁਲ। ਤੇ ਜਿਵੇਂ ਹੁਣ ਮੰਨ ਲਓ ਕਿ ਉਹ 4 ਸਾਲ ਦੀ ਆ, ਤੇ ਪਹਿਲੀ ਗੱਲ ਤਾਂ ਉਹਦੇ ਲਈ ਇਹ ਕੁਐਸਚਨ ਆ ਜਾਂਦਾ ਕਿ ਹਲੇ ਤੱਕ ਸਕੂਲ ਕਿਉਂ ਨਹੀਂ ਜਾਣ ਲੱਗੀ। ਫਿਰ ਆ ਜਾਂਦਾ ਕਿ ਇਹਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ, ਹੈ ਨਾ। ਤਾਂ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਸਕੂਲ ਸਿਸਟਮ ਆ ਉਹ ਵੀ ਥੋੜਾ ਜਿਹਾ ਬਦਲਣਾ ਚਾਹੀਦਾ। ਲੈਂਗੁਏਜ ਨੂੰ ਇੱਕ ਆਪਾਂ ਕਹਿੰਦੇ ਕਿ ਸਿਖਾਉਣੀ ਜ਼ਰੂਰੀ ਆ, ਇਹ ਨਹੀਂ ਹੈਗਾ ਕਿ ਤੁਸੀਂ ਥੋਪ ਹੀ ਦਿਓ ਬੱਚੇ ਦੇ ਉੱਪਰ ਕਿ ਤੁਸੀਂ ਆਹ ਵਾਲੀ ਭਾਸ਼ਾ ਦੇ ਵਿੱਚ ਹੀ ਗੱਲ ਕਰਨੀ ਹੈ, ਹੈ ਨਾ। ਤੁਹਾਡੀ ਇਸ ਗੱਲ ਤੋਂ ਮੈਨੂੰ ਯਾਦ ਆਇਆ, ਮੈਨੂੰ ਕਿਸੇ ਨੇ ਦੱਸਿਆ ਵੀ ਜੀ ਫਲਾਣੇ ਫਲਾਣੇ ਕਨਵੈਂਟ ਸਕੂਲ ਦੇ ਵਿੱਚ ਇਹ ਰੂਲ ਹੈ ਵੀ ਜੇ ਤੁਸੀਂ ਪੰਜਾਬੀ 'ਚ ਗੱਲ ਕਰੋਗੇ ਤਾਂ ਤੁਹਾਨੂੰ ਫਾਈਨ ਹੈ। ਜੀ ਬਿਲਕੁਲ। ਮੇਰਾ ਦੋਸਤ ਜਿਹੜਾ ਨਾਲ ਪੰਜਾਬੀ ਕਲਾਸ 'ਚ ਸੀ, ਤੇ ਮੈਂ ਉਹਦੇ ਦੇਖ ਲਿਆ ਉਹ ਗੱਲ ਕਰ ਰਹੀ ਸੀ, ਪ੍ਰੋਪਰ ਪੰਜਾਬੀ 'ਚ ਗੱਲ ਕਰ ਰਹੇ ਸੀ, ਆਪਣੇ ਪਿੰਡ ਵਾਲੇ ਹੁੰਦੇ ਨੇ, ਤੇ ਮੈਨੂੰ ਨਾਲ ਬੈਠੇ ਆ ਕੇ ਉਹ ਇੰਗਲਿਸ਼ 'ਚ ਗੱਲ ਕਰਨ ਲੱਗ ਗਿਆ ਮੇਰੇ ਨਾਲ। ਮੈਨੂੰ ਪਤਾ ਸੀ ਉਹਨੂੰ ਆਉਂਦੀ, ਮੈਂ ਵੀ ਲੱਗ ਗਿਆ ਪੰਜਾਬੀ 'ਚ, ਉਹ ਵੀ ਲੱਗ ਗਿਆ। ਮੈਂ ਇੰਗਲਿਸ਼ ਕਹਿੰਦਾ ਜੇ ਤੁਸੀਂ ਇੰਡੀਆ ਸੀ ਪੰਜਾਬ, ਕਹਿੰਦਾ ਸਾਨੂੰ ਹੀ ਪੰਜਾਬੀ ਬੋਲਦੇ, ਸਾਨੂੰ ਪਨਿਸ਼ਮੈਂਟ ਸੀ ਕਿ ਲੁੱਕ ਕੇ ਪੰਜਾਬੀ ਬੋਲਣੀ ਪੈਂਦੀ, ਉੱਥੇ ਤਾਂ ਤੁਹਾਨੂੰ ਉਹ ਕਰਦੇ ਨੇ, ਪਨਿਸ਼ ਕਰਦੇ ਨੇ ਪੰਜਾਬੀ ਨੂੰ ਸਕੂਲ 'ਚ ਹੀ, ਇੱਥੇ ਹੀ। ਹਾਂ ਬਿਲਕੁਲ। ਮੇਰੇ ਚਾਚੇ ਦਾ ਮੁੰਡਾ ਜਾਂਦਾ ਸੀ ਇੱਕ ਸਕੂਲ, ਕਨਵੈਂਟ ਸਕੂਲ 'ਚ, ਤਾਂ ਇੱਕ ਦਿਨ ਮੈਨੂੰ ਲਿਆ ਕੇ ਕਹਿੰਦਾ ਮੇਰਾ ਜਿਹੜਾ ਉਹ ਪੇਪਰ ਹੈ ਨਾ, ਉਹ ਕਹਿੰਦਾ ਉਹਨਾਂ ਨੇ ਲਾਲ ਠੀਕੇ ਲਾ ਕੇ ਭਰਤਾ। ਮੈਂ ਕਿਹਾ ਕਿਉਂ? ਕਹਿੰਦਾ ਕਿਉਂਕਿ ਮੈਂ ਪੰਜਾਬੀ ਬੋਲਦਾ ਵਾਂ, ਤੇ ਕਹਿੰਦਾ ਜਦੋਂ ਹੀ ਮੈਂ ਪੰਜਾਬੀ ਬੋਲਦਾ ਤਾਂ ਉਹਦੇ ਤੇ ਉਹ ਲਾਲ ਟਿੱਕਾ ਲਾ ਦਿੰਦੇ ਨੇ, ਕਿਤੇ ਕਹਿੰਦਾ ਮੈਂ ਹੁਣ ਪੂਅਰ ਸਟੂਡੈਂਟ ਆ ਉਹਨਾਂ ਦਾ। ਦੇਖੋ ਫਿਰ ਇਹ ਹੁਣ ਹਾਲਾਂਕਿ ਮਜਬੂਰੀ ਪਿੰਡ 'ਚ ਬਣ ਗਈ ਬਣਿਆ ਨਾ ਹੋਇਆ ਸਾਡੀ। ਸਕੂਲ ਸੀ। ਇਹ ਫਿਰ ਇਸ ਗੱਲ ਤੇ ਸਰਕਾਰਾਂ ਨੂੰ ਵੀ ਥੋੜਾ ਜਿਹਾ ਗੌਰ ਕਰਨੀ ਚਾਹੀਦੀ ਹੈ ਜ਼ਰੂਰ, ਹੈ ਨਾ। ਅਸੀਂ ਆਪਣੀ ਭਾਸ਼ਾ ਨੂੰ ਬਚਾਉਣ ਵਾਸਤੇ ਹੋਰ 100 ਗੱਲਾਂ ਕਰਦੇ ਆ, ਉਹਨਾਂ 'ਚੋਂ ਇੱਕ ਗੱਲ ਦਾ ਇਹ ਵੀ ਮੁੱਦਾ ਹੋਣਾ ਚਾਹੀਦਾ। ਬਿਲਕੁਲ ਸਹੀ ਇਹ ਸਾਨੂੰ ਵੀ ਪੇਰੈਂਟਸ ਨੂੰ ਵੀ ਅਵੇਅਰ ਹੋਣਾ ਚਾਹੀਦਾ। ਬਿਲਕੁਲ ਸਹੀ ਗੱਲ। ਇਹ ਫਿਰ ਅਸੀਂ ਤਾਂ ਆਪਦੇ ਪੈਰਾਂ ਤੇ ਆਪ ਹੀ ਕੁਹਾੜੀ ਮਾਰਨ ਵਾਲੀ ਗੱਲ ਕਰ ਰਹੇ ਹਾਂ ਨਾ ਜੀ। ਬਿਲਕੁਲ ਸਹੀ ਗੱਲ। ਸੋ ਬਹੁਤ ਸ਼ੁਕਰੀਆ ਅਜੀਸ਼ਵਰ, ਤੁਸੀਂ ਕੁਝ ਕਹਿਣਾ ਚਾਹੋਗੇ ਲਾਸਟ ਤੇ? ਕੁਛ ਵੀ, ਸ਼ੁਕਰੀਆ ਇੰਟਰਵਿਊ ਲੈਣ ਦਾ ਜੀ ਬਸ। ਸੋ ਬਹੁਤ ਸ਼ੁਕਰੀਆ, ਤੇ ਤੁਹਾਡਾ ਧੰਨਵਾਦ ਇਸ ਗੱਲੋਂ ਵੀ ਕਿ ਤੁਸੀਂ ਬਗਾਨੇ ਮੁਲਕ 'ਚ ਰਹਿ ਕੇ ਸਾਡਾ ਮਾਣ ਬਣੇ ਹੋ, ਉਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ। ਪੰਜਾਬੀ ਦੇ ਨਾਲ ਤੁਸੀਂ ਜੁੜੇ ਰਹੋ, ਤੇ ਪੰਜਾਬ ਦੇ ਨਾਲ ਤੁਸੀਂ ਹਮੇਸ਼ਾ ਜੁੜੇ ਰਹੋ। ਬਹੁਤ ਬਹੁਤ ਸ਼ੁਕਰੀਆ। ਤੇ ਭੈਣ ਜੀ ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਬਹੁਤ ਬਹੁਤ ਸਾਨੂੰ ਇਨਵਾਈਟ ਕਰਨ ਵਾਸਤੇ। ਤੇ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਇਸ ਪਲੇਟਫਾਰਮ ਤੋਂ। ਜੇ ਇੱਕ ਬੱਚਾ ਵੀ ਪੰਜਾਬੀ ਨੂੰ ਪੜ੍ਹਨ 'ਚ ਇਹ ਕਰਦਾ ਹੈ ਕਿ ਮੈਂ ਪੰਜਾਬੀ ਪੜ੍ਹਨੀ ਹੈ, ਅੰਗਰੇਜ਼ੀ ਮੇਰੀ ਭਾਸ਼ਾ ਹੈ, ਕੋਈ ਗੱਲ ਨਹੀਂ, ਅੰਗਰੇਜ਼ੀ ਇੱਕ ਭਾਸ਼ਾ ਮਾਧਿਅਮ ਹੈ, ਤੇ ਜੇ ਉਹ ਪੰਜਾਬੀ ਨੂੰ ਅਪਣਾਉਂਦੇ ਨੇ, ਜੇ ਉਹ ਸੋਚਦੇ ਨੇ ਵੀ ਨਹੀਂ ਅਸੀਂ ਵੀ ਕਰ ਸਕਦੇ ਹਾਂ, ਜੇ ਅਜੇਸ਼ਵਰ ਕਰ ਸਕਦਾ ਹੈ, ਕੋਈ ਹੋਰ ਵੀ ਬੱਚਾ ਕੋਈ ਵੀ ਕਰ ਸਕਦਾ। ਜੇ ਅਸੀਂ ਪੰਜਾਬੀ ਨੂੰ ਬਚਾਉਣ ਦਾ ਉਪਰਾਲਾ ਕਰ ਸਕਦੇ ਹਾਂ ਵੀ ਜੇ ਇਹਨਾਂ ਤੱਕ ਅਸੀਂ ਪੰਜਾਬੀ ਨਹੀਂ ਦੇਵਾਂਗੇ ਤਾਂ ਅਗਲੀ ਜਨਰੇਸ਼ਨ ਤਾਂ ਪੰਜਾਬੀ ਖਤਮ ਹੋ ਗਈ। ਬਿਲਕੁਲ ਸਹੀ ਗੱਲ ਹੈ। ਤੇ ਜੇ ਅਸੀਂ ਬਚਾਉਣ ਦਾ ਉਪਰਾਲਾ ਇੱਕ ਬੱਚਾ ਵੀ ਸੋਚ ਲੇ ਵੀ ਕਰਨਾ ਹੈ, ਪੜ੍ਹਨੀ ਹੈ, ਲਿਖਣੀ ਸਿੱਖਣੀ ਹੈ, ਤਾਂ ਆਈ ਥਿੰਕ ਮੇਰਾ ਪੜ੍ਹਾਉਣਾ ਸਾਰਥਕ ਹੋਊਗਾ ਜੀ। ਬਿਲਕੁਲ। ਤੇ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਇੰਨਾ ਟਾਈਮ ਦਿੱਤਾ, ਆਪਣਾ ਕਰੀਅਰ ਵੀ ਤੁਸੀਂ ਛੱਡਿਆ, ਤੇ ਆਪਣੇ ਬੱਚਿਆਂ ਨੂੰ ਤੁਸੀਂ ਜ਼ਰੂਰੀ ਸਮਝਿਆ ਕਿ ਭਾਵੇਂ ਉਹ ਦੂਜੇ ਮੁਲਕ 'ਚ ਰਹਿੰਦੇ ਨੇ, ਪੰਜਾਬੀ ਹੋਣ ਦੇ ਨਾਤੇ ਉਹਨਾਂ ਨੂੰ ਪੰਜਾਬੀ ਲਿਖਣੀ, ਪੜ੍ਹਨੀ ਤੇ ਬੋਲਣੀ ਆਉਣੀ ਜ਼ਰੂਰੀ ਆ। ਹਾਂ, ਇੱਕ ਗੱਲ ਮੈਂ ਕਹਿਣਾ ਚਾਹੂੰਗੀ ਜੀ, ਮੈਂ ਸ਼ੁਰੂ 'ਚ ਕਹਿਣੀ ਸੀ, ਮੈਂ ਭੁੱਲ ਗਈ। ਇਹਦੇ ਦਾਦੀ ਜੀ ਨੇ ਬਠਿੰਡਾ ਦੇ ਵਿੱਚ ਮੇਨ ਪੰਜਾਬੀ ਪੜ੍ਹਾਉਣ ਦਾ ਮੇਰਾ ਇਹਨੂੰ ਉਹ ਵੀ ਮਕਸਦ ਸੀਗਾ। ਠੀਕ। ਮੈਡਮ ਬਿੰਦਰਜੀਤ, ਉਹ ਗੁਰੂ ਨਾਨਕ ਸਕੂਲ ਦੇ ਵਿੱਚ ਪੰਜਾਬੀ ਦੇ ਟੀਚਰ ਸੀਗੇ, ਤੇ ਸਾਡੀ ਵਿਆਹ ਤੋਂ ਥੋੜੇ ਦਿਨ ਪਹਿਲਾਂ ਹੀ ਉਹ ਪੂਰੇ ਹੋ ਗਏ, ਗੁਜ਼ਰ ਗਏ। ਸੋ ਉਹਨਾਂ ਨਾਲ ਮੈਨੂੰ ਬਹੁਤਾ ਟਾਈਮ ਸਪੈਂਡ ਕਰਨ ਦਾ ਮੌਕਾ ਨਹੀਂ ਮਿਲਿਆ। ਪਹਿਲਾਂ ਮਿਲੀ ਹਾਂ ਮੈਂ, ਤੇ ਟਾਈਮ ਥੋੜਾ ਸਪੈਂਡ ਕੀਤਾ। ਤਾਂ ਉਹਨਾਂ ਨੇ ਨਾ ਜਾਣੇ ਕਿੰਨੇ ਕਵੀਆਂ ਨੂੰ, ਕਿੰਨੇ ਰਾਈਟਰਾਂ ਨੂੰ ਪੰਜਾਬੀ ਸਿਖਾਈ, ਕਿੰਨੇ ਬੱਚਿਆਂ ਨੂੰ ਪੰਜਾਬੀ ਸਿਖਾਈ। ਤੇ ਮੈਨੂੰ ਇੱਕ ਇਹ ਸੀ ਵੀ ਜਦੋਂ ਸਾਡੇ ਬੱਚੇ ਹੋਣਗੇ ਅਸੀਂ ਉਹਨਾਂ ਨੂੰ ਪੰਜਾਬੀ ਸਿਖਾਵਾਂਗੇ, ਪੜ੍ਹਨੀ ਲਿਖਣੀ ਸਿਖਾਵਾਂਗੇ, ਐਟਲੀਸਟ ਇਹ ਉਹਨਾਂ ਨੂੰ ਟ੍ਰਿਬਿਊਟ ਹੋਊਗਾ। ਬਿਲਕੁਲ ਸਹੀ ਗੱਲ। ਵੀ ਬਿੰਦਰਜੀਤ ਮੈਡਮ ਨੇ ਕਿੰਨਿਆਂ ਨੂੰ ਪੰਜਾਬੀ ਸਿਖਾਈ ਹੈ। ਬਿਲਕੁਲ ਸੋਹਣੀ ਗੱਲ ਹੈ। ਤੇ ਜੇ ਉਹਨਾਂ ਦੇ ਗਾਹਾਂ ਪੋਤੇ ਨਾ ਬੋਲਣ ਤੇ ਫਿਰ ਬਹੁਤ ਵੱਡੀ ਨਾਇਨਸਾਫੀ ਹੈ। ਬਿਲਕੁਲ। ਸੋ ਬਹੁਤ ਸ਼ੁਕਰੀਆ ਇੱਥੇ ਆਉਣ ਦੇ ਲਈ ਵੀ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵੀ, ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਇੰਨਾ ਸਮਾਂ ਦੇ ਕੇ ਪੰਜਾਬੀ ਦੇ ਨਾਲ ਜੋੜਨ ਲਈ ਵੀ ਤੁਹਾਡਾ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਜੀਸ਼ਵਰ। ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਅਜੀਸ਼ਵਰ ਅਤੇ ਰਤਨਦੀਪ ਕੌਰ ਹੁਣੀ ਸਨ, ਤੇ ਉਮੀਦ ਹੈ ਕਿ ਉਹਨਾਂ ਦੀ ਗੱਲਬਾਤ ਸਾਨੂੰ ਵੀ ਜ਼ਰੂਰ ਪ੍ਰਭਾਵਿਤ ਕਰੂਗੀ। ਘੱਟੋ ਘੱਟ ਅਸੀਂ ਆਪਣੀ ਬੋਲੀ ਨੂੰ ਬਚਾਉਣ ਦੇ ਲਈ, ਮੈਨੂੰ ਲੱਗਦਾ ਨਹੀਂ ਸੀਗਾ ਕਿ ਸਾਨੂੰ ਇੰਨੀਆਂ ਲੋੜਾਂ ਜਾਂ ਇੰਨੀਆਂ ਐਫਰਟਸ ਕਰਨੀਆਂ ਪੈਣਗੀਆਂ ਕਿ ਅਸੀਂ ਆਪਣੀ ਬੋਲੀ ਨੂੰ ਬਚਾਈਏ, ਅਸੀਂ ਆਪਣੇ ਲੋਕਾਂ ਨੂੰ ਕਹੀਏ ਕਿ ਨਹੀਂ ਤੁਸੀਂ ਆਪਣੀ ਬੋਲੀ ਬੋਲੋ, ਹੈ ਨਾ। ਤੇ 21 ਫਰਵਰੀ ਨੂੰ ਮਾਂ ਬੋਲੀ ਦਿਹਾੜਾ ਹੁੰਦਾ, ਤੇ ਅਸੀਂ ਉਦੋਂ ਤੱਕ ਤਾਂ ਇਹ ਤੈਅ ਕਰੀਏ ਕਿ ਸਾਰੇ ਜਾਣੇ ਪੰਜਾਬੀ ਜ਼ਰੂਰ ਬੋਲਦੇ ਹੋਣ, ਪੰਜਾਬੀ ਸਭ ਨੂੰ ਲਿਖਣੀ ਆਉਂਦੀ ਹੋਵੇ, ਬੋਲਣੀ ਆਉਂਦੀ ਹੋਵੇ, ਪੜ੍ਹਨੀ ਆਉਂਦੀ ਹੋਵੇ। ਦੁਨੀਆ ਦੀ ਜਿਹੜੀ ਮਰਜ਼ੀ ਭਾਸ਼ਾ ਅਸੀਂ ਸਿੱਖ ਸਕਦੇ ਹਾਂ, ਪਰ ਇਹ ਨਹੀਂ ਹੈਗਾ ਕਿ ਆਪਣੀ ਮਾਂ ਬੋਲੀ ਛੱਡ ਕੇ ਸਿੱਖੀਏ। ਬੋਲੀਆਂ ਜਿਹੜੀਆਂ ਨੇ ਉਹ ਗੱਲਬਾਤ ਦਾ ਮਾਧਿਅਮ ਹੁੰਦੀਆਂ ਨੇ ਸਿਰਫ,
ਤੇ ਇਹ ਜ਼ਰੂਰ ਤੈਅ ਕਰੀਏ ਅਸੀਂ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਨਾਲ, ਆਪਣੀ ਮਾਂ ਬੋਲੀ ਦੇ ਨਾਲ ਜ਼ਰੂਰ ਜੁੜੀਏ। ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ, ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।